ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ, ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਕੱਲ ਦੇ ਦੀਵਾਨਾਂ ਵਿੱਚ ਆਪ ਸਭ ਨੇ ਸਰਵਣ ਕੀਤਾ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਮੀਰੀ ਪੀਰੀ ਦੇ ਮਾਲਿਕ ਛਠਮ ਪੀਰ ਸੱਚੇ ਪਾਤਸ਼ਾਹ ਅੰਤਰਜਾਮੀ ਬਾਲਾ ਭੋਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੇ ਪ੍ਰਸਿੱਧ ਨਗਰ ਮਹਿਰਾਜ ਗੁਰੂਸਰ ਮਹਿਰਾਜ ਵਿਖੇ ਬਿਰਾਜਮਾਨ ਹਨ। ਗਰੀਬ ਨਵਾਜ ਮਹਾਰਾਜ ਜੀ ਦੇ ਮਰ ਜੀਵੜੇ ਭਗਤ ਕਰੇ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ। ਮਰ ਜੀਵੜੇ ਸਿੱਖ ਆਨੰਦ ਪਿਆਰੇ ਗੁਰਸਿੱਖ ਜਾਨਾਂ ਹੂਲ ਕੇ ਦੁਖੀਆਂ ਨਿੰਦਕਾਂ ਕਲੇਸ਼ਾਂ ਮਲੇਸ਼ਾਂ ਦਾ ਸਤਿਆਨਾਸ਼ ਕਰ ਰਹੇ ਹਨ। ਕੱਲ ਦੀ ਕਥਾ ਵਿੱਚ ਆਪ ਜੀ ਨੇ ਵਿਚਾਰਿਆ, ਜਦੋਂ ਲਲਾਂ ਬੇਗ ਦਾ ਭਰਾ ਮੈਦਾਨੇ ਜੰਗ ਵਿੱਚ ਕੰਬਰ ਬੇਗ ਮਰ ਗਿਆ। ਇਹਦੇ ਦੋ ਪੁੱਤਰ ਸਨ, ਕਾਸਮ ਬੇਗ ਤੇ ਸ਼ਮਸ਼ ਬੇਗ। ਉਸ ਵੇਲੇ ਕਾਸਮ ਬੇਗ ਤੇ ਸ਼ਮਸ਼ ਬੇਗ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਆਪ ਜੂਝਣਾ ਚਾਹੁੰਦੇ ਤੇ ਕਿਹਾ ਤੁਸੀਂ ਸਾਡੇ ਸਿਰ ਤੇ ਖੜੇ ਰਹਿਓ, ਅਸੀਂ ਖੁਦ ਜੂਝਾਂਗੇ, ਮਾਯੂਸ ਹੋਣ ਦੀ ਲੋੜ ਨਹੀਂ। ਵੱਡੀ ਗਿਣਤੀ ਵਿੱਚ ਫੌਜ ਲੈ ਕੇ ਆਏ। ਚੁਣਿੰਦਾ ਸੂਰਮੇ ਗੋਲੀਆਂ ਦੇ ਵਾਰ ਤੇ ਤੀਰਾਂ ਦੇ ਵਾਰ ਦੇ ਨਾਲ ਬੜੇ ਸਿੱਖ ਵੀ ਸ਼ਹੀਦ ਕੀਤੇ। ਅਖੀਰ ਫਿਰ ਇਹ ਜਿਹੜਾ ਕਾਸਮ ਬੇਗ ਸੀ ਇਹਨੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਦਾ ਨਿਸ਼ਾਨਾ ਲਿਆ। ਉਹਨਾਂ ਨੂੰ ਤੀਰ ਦੇ ਨਾਲ ਇਹ ਘਾਤ ਕਰਨਾ ਚਾਹੁੰਦਾ ਤੇ ਇੱਕ ਗੁਰਸਿੱਖ ਸੀ ਭਾਈ ਲੱਖੂ ਜੀ ਸਾਹਿਬ, ਹੇਹਰ ਪਿੰਡ ਦੇ ਸਨ। ਇਹਨਾਂ ਦੇ ਹੱਥ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਰ ਕਮਲਾਂ ਦੀ ਸਾਂਗ ਸੀ, ਮਤਲਬ ਲੋਹੇ ਦਾ ਬਰਛਾ। ਉਹ ਕਰ ਕਮਲਾਂ ਦੀ ਸਾਂਗ ਆਪਣੇ ਹੱਥ ਵਿੱਚ ਰੱਖਦੇ ਸਨ ਤੇ ਮਹਾਰਾਜ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਨਾਲ ਚੱਲਿਆ ਕਰਦੇ ਸਨ। ਜਦੋਂ ਮਹਾਰਾਜ ਜੀ ਨੇ ਬਰਛੇ ਦਾ ਯੁੱਧ ਮਚਾਉਣਾ ਹੁੰਦਾ ਸੀ ਉਦੋਂ ਇਸ ਸਿੱਖ ਨੂੰ ਇਸ਼ਾਰਾ ਹੁੰਦਾ ਸੀ ਕਿ ਭਾਈ ਸਾਡਾ ਬਰਛਾ ਲਿਆਓ, ਤੇ ਮਹਾਰਾਜ ਦਾ ਬਰਛਾ ਇਹਨੇ ਆਪਣੇ ਹੱਥ ਵਿੱਚ ਹੀ ਰੱਖਿਆ ਸੀ। ਇਹਨੇ ਦੇਖਿਆ ਵੀ ਜੇ ਹੁਣ ਜਾ ਕੇ ਮੈਂ ਇਸ ਤੁਰਕੜੇ ਦਾ ਨਾਸ ਨਾ ਕੀਤਾ, ਇਹਨੂੰ ਝਟਕਾਇਆ ਨਾ, ਤੇ ਇਹਨੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾ ਲੈਣਾ। ਉਸੇ ਵੇਲੇ ਬੜੀ ਜਲਦੀ ਦੇ ਨਾਲ ਕਾਸਮ ਬੇਗ ਦੇ ਨੇੜੇ ਟੁਕੇ ਹਨ ਤੇ ਕਾਸਮ ਬੇਗ ਵੀ ਸਿਆਣਾ ਸੀ। ਉਹਨੇ ਤੀਰ ਅਤੇ ਕਮਾਨ ਸਿੱਟ ਦਿੱਤੀ। ਮਿਆਨ ਵਿੱਚੋਂ ਨੰਗੀ ਤਲਵਾਰ ਕੱਢ ਕੇ ਪਹਿਲਾਂ ਇਸ ਸਿੱਖ ਦਾ ਕਤਲ ਕਰਨਾ ਚਾਹਿਆ, ਪਰ ਸਿੱਖ ਦੇ ਹੱਥ ਵਿੱਚ ਬਰਛਾ ਸੀ। ਬਰਛਾ ਵਾਰ ਕਰਦਾ ਵੀ ਆ ਤੇ ਰੋਕਦਾ ਵੀ ਆ। ਬਰਛੇ ਦੇ ਨਾਲ ਇਹਦੇ ਖੰਡੇ ਦਾ ਵਾਰ ਰੋਕਿਆ। ਨਤੀਜੇ ਵਜੋਂ ਇਹਦਾ ਖੰਡਾ ਟੁੱਟ ਗਿਆ। ਉਹ ਬਰਛਾ ਇੰਨਾ ਭਾਰੀ ਮਜ਼ਬੂਤ ਸੀ ਔਰ ਕਾਸਮ ਬੇਗ ਨੇ ਇੰਨੀ ਜ਼ੋਰ ਦੀ ਵਾਰ ਕੀਤਾ ਸੀ ਕਿ ਲੋਹੇ ਦੀ ਤਲਵਾਰ ਵੀ ਟੁੱਟ ਗਈ। ਇੱਥੇ ਖੰਡਾ ਸ਼ਬਦ ਲਿਖਿਆ ਹੋਇਆ, ਦੋ ਟੋਟੇ ਹੋ ਗਏ। ਸਿੱਖ ਨੇ ਕਿਹਾ ਵੀ ਤੁਰਕੜਿਆ ਖਾਨਜ਼ਾਦਿਆ ਪਠਾਨਜ਼ਾਦਿਆ ਤੈਂ ਆਪਣਾ ਵਾਰ ਕਰ ਲਿਆ। ਹੁਣ ਗੁਰੂ ਕੇ ਸਿੱਖ ਦਾ ਵਾਰ ਚੱਲਣੀ ਰੀਤੀ ਇਹ ਹੋਈ ਹੈ ਕਿ ਪਹਿਲਾਂ ਦੂਸਰਾ ਵਾਰ ਕਰੇ ਫਿਰ ਦੂਸਰਾ ਕਰੇ। ਤੂੰ ਆਪਣੀ ਮਰਜ਼ਾਦਾ ਪੂਰੀ ਕਰ ਲਈ। ਅਸੀਂ ਫੱਕਰ ਪਹਿਲਾਂ ਹਾਂ, ਫਕੀਰ ਪਹਿਲਾਂ ਹਾਂ, ਮੀਰ ਬਾਅਦ ਵਿੱਚ, ਸਿੱਖ ਪਹਿਲਾਂ ਹਾਂ, ਸਿੰਘ ਬਾਅਦ ਵਿੱਚ, ਸੰਤ ਪਹਿਲਾਂ, ਸਿਪਾਹੀ ਬਾਅਦ ਵਿੱਚ। ਪਹਿਲਾਂ ਤੇ ਅਸੀਂ ਵਾਰ ਕਰਨਾ ਹੀ ਨਹੀਂ, ਸਾਨੂੰ ਤੇ ਹੁਕਮ ਹੀ ਨਹੀਂ ਹੈਗਾ, ਪਰ ਹੁਣ ਨਹੀਂ ਤੈਨੂੰ ਛੱਡਣਾ, ਝੱਲੀ ਆਖੇ। ਇਹ ਗੱਲ ਕਹਿ ਕੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਰਛਾ ਇਹਦੀ ਹਿੱਕ ਵਿੱਚ ਫਿੱਟ ਕਰਤਾ, ਮਾਰਿਆ ਹਿੱਕ ਵਿੱਚ ਤੇ ਨਿਕਲਿਆ ਲੱਕ ਦੇ ਵਿੱਚੋਂ ਦੀ, ਤੇ ਉਹਨੂੰ ਚੰਗੀ ਤਰ੍ਹਾਂ ਘੁਮਾ ਕੇ ਭਵਾਂਡਣੀ ਦੇ ਕੇ ਇਹਨੂੰ ਧਰਤੀ ਤੇ ਸਿੱਟ ਦਿੱਤਾ। ਇਹਦੇ ਮਰਨ ਦੇ ਨਾਲ ਮੈਦਾਨੇ ਜੰਗ ਦਾ ਰੰਗ ਹੀ ਬਦਲ ਗਿਆ। ਹੋਇਆ ਇਸ ਤਰ੍ਹਾਂ, ਜਦੋਂ ਇਹ ਮਰ ਗਿਆ ਤੇ ਉਸ ਵੇਲੇ ਲਲਾਂ ਬੇਗ ਕਹਿੰਦਾ ਕਿ ਸਾਡੇ ਲਈ ਅਬ ਤੁਰਕਨ ਕੀ, ਸਾਡੇ ਲਈ ਕਿਆਮਤ ਹੀ ਆ ਗਈ ਹੈ। ਤੇ ਮਹਾਰਾਜ ਨੇ ਜਿਸ ਵੇਲੇ ਭਾਈ ਲੱਖੂ ਜੀ ਸਾਹਿਬ ਜੀ ਦੀ ਬਹਾਦਰੀ ਵੇਖੀ ਤੇ ਮਹਾਰਾਜ ਨੇ ਛੱਬਾਸ਼ ਆਖਿਆ, खुश होए
ਤੇ ਪ੍ਰਸੰਨ ਹੋ ਕੇ ਕਿਹਾ ਵੀ ਸਿੱਖਾ ਆਖੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰੇ ਤੇ ਪ੍ਰਸੰਨ ਹੋਣ। ਤੈਂ ਬਹੁਤ ਵੱਡਾ ਪੰਥ ਦਾ ਕਾਰਜ ਕੀਤਾ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ। ਸਤਿਗੁਰਾਂ ਦੇ ਇਹਨਾਂ ਬਚਨਾਂ ਦੇ ਉੱਪਰ ਤੈਂ ਫੁੱਲ ਚੜਾਏ ਹਨ। ਤੇ ਅਖੀਰ ਵਿੱਚ ਦੁਹਰਾਇਆ ਸੀ ਕਰੀ ਲਥੇਰ ਪਥੇਰ ਬਹੁ ਘਨੋ ਘਾਲ ਕਮਸਾਨ ਕਰੇ ਪਲਾਵਨ ਤੁਰਕ ਰਣ ਕੀਓ ਲਿਓ ਸ਼ਰਾਏ ਮੈਦਾਨ। ਗੁਰੂ ਕੇ ਗੁਰਸਿੱਖਾਂ ਨੇ ਲਥੇਰ ਪਥੇਰ ਲੋਥਾਂ ਤੇ ਲੋਥਾਂ ਦੇ ਢੇਰ ਲਾ ਸੁੱਟੇ ਨੇ ਔਰ ਮੈਦਾਨੇ ਜੰਗ ਨੂੰ ਛਡਾ ਲਿਆ ਹੈ। ਤੁਰਕੜੇ ਜਿਹੜੇ ਨੇ ਇਹ ਮੈਦਾਨੇ ਜੰਗ ਨੂੰ ਛੱਡ ਕੇ ਕਾਇਰਾਂ ਤੇ ਹੀਜੜਿਆਂ ਦੀ ਤਰ੍ਹਾਂ ਉੱਥੋਂ ਭੱਜੇ ਨੇ। ਇਸ ਤਰ੍ਹਾਂ ਇੱਕ ਮੈਦਾਨੇ ਜੰਗ ਦੇ ਪੜਾਅ ਦੀ ਸਿੱਖਾਂ ਦੀ ਹੋਰ ਵੀ ਜਿੱਤ ਹੋ ਗਈ। ਕਰ ਕਰਾ ਕੇ ਮੈਦਾਨੇ ਜੰਗ ਦੇ ਸਿਰਫ 3 ਕੁ ਪ੍ਰਸੰਗ ਜਾਂ ਕਹਿ ਲਓ 2 ਕੁ ਪ੍ਰਸੰਗ ਬਚੇ ਹਨ। ਇੱਕ ਪ੍ਰਸੰਗ ਜੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਆਗਿਆ ਹੋਈ ਤੇ ਅੱਜ ਦੇ ਦੀਵਾਨਾਂ ਵਿੱਚ ਲੇੜੀਵਾਰ ਰੂਪ ਦੇ ਵਿੱਚ ਆਪਾਂ ਵਿਚਾਰਾਂਗੇ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਿਕ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਮੋਂ ਸੁਭਾਇਮਾਨ ਹੋकर ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਲਾਹਾ ਲੈ ਰਹੇ ਹੋ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾ ਮੀਡੀਆ ਦੇ ਜ਼ਰੀਏ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਦੇ ਨਾਲ ਜੁੜ ਰਹੇ ਹੋ। ਭਾਈ ਸਤਿਗੁਰਾਂ ਦੀ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਜੋਦਾ ਜੋਦ ਪ੍ਰਬੋਧ ਜੁਦ ਕਰੇ ਉਥਲ ਪਥਲ। ਮਹਾਕਵੀ ਦਰਗਾਹੀ ਕਵੀ ਸੰਤ ਕਵੀ ਸ਼੍ਰੀ ਕਵੀ ਕਵੀਆਂ ਦੇ ਸਰਤਾਜ ਕਵੀ ਚੁੜਾਮਣ ਕਵੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲੀ ਲੜੀ ਨੂੰ ਜੋੜਦੇ ਹਨ। ਕਹਿੰਦੇ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਯੋਧੇ ਗੁਰਸਿੱਖਾਂ ਨੇ ਔਰ ਰਾਏ ਜੋਧ ਜੀ ਸਾਹਿਬ ਆਦਿ ਗੁਰਸਿੱਖਾਂ ਨੇ ਮਿਲ ਕੇ ਬੜੀ ਉੱਥੇ ਉਲੱਥ ਪਲੱਥ ਕੀਤੀ ਹੋਈ ਹੈ, ਬੜੀ ਉਥਲ ਪੁਥਲ ਕੀਤੀ ਹੋਈ ਹੈ। ਹੇਠਲੀ ਉੱਥੇ ਕਰ ਛੱਡੀ ਇੱਕ ਵਾਰ ਸਾਹੂ ਸਲੀਮ ਸੋ ਅਨੁਜ ਜੁਤ ਤੁਰਕ ਸਮੂਹ ਦਬਲ। ਤੇ ਸਿਰਫ ਰਾਏ ਜੋ ਜੋਧ ਜੀ ਸਾਹਿਬ ਹੀ ਨਹੀਂ ਜੂਝੇ, ਇਹਨਾਂ ਦੇ ਸਕੇ ਭਰਾ ਸਲੀਮ ਸ਼ਾਹ ਉਹ ਵੀ ਮੈਦਾਨੇ ਜੰਗ ਵਿੱਚ ਆਪਣੀ ਫੌਜ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸਿਓਂ ਜੂਝੇ ਹਨ। ਵਾਦੜੀ ਛੰਦ ਵਿਕ ਮਰਿਓ ਪੁੱਤਰ ਇੱਕ ਲੜਤ ਵੀਰ। ਇਸ ਵੇਲੇ ਲਲਾ ਬੇਗ ਨੇ ਦੇਖਿਆ ਕਿ ਮੇਰਾ ਇੱਕ ਪੁੱਤਰ ਕਾਸਮ ਬੇਗ ਮਰ ਚੁੱਕਿਆ ਹੈ। ਤੁਰਕਾਨ ਸੈਨ ਪਰ ਅਧਿਕ ਭੀਰ। ਤੇ ਤੁਰਕੜਿਆਂ ਦੀ ਸੈਨਾ ਦੇ ਉੱਪਰ ਤੇ ਸਮਝ ਲਓ ਭੀੜ ਹੀ ਪੈ ਗਈ ਹੈ, ਕਿਆਮਤ ਆਫਤ ਹੀ ਆ ਗਈ ਹੈ, ਬਿਪਤਾ ਹੀ ਆ ਗਈ ਹੈ। ਤਬ ਲਲਾ ਬੇਗ ਬੜ ਕੋਪ ਧਾਰ। ਉਸ ਵੇਲੇ ਲਲਾ ਬੇਗ ਬਹੁਤ ਭਾਰੀ ਕ੍ਰੋਧ ਗੁੱਸੇ ਵਿੱਚ ਆਇਆ ਹੈ। ਗੁਰ ਜੀਤ ਹੋ ਤੇ ਸਕ ਹੈ ਨ ਸਹਾਰ। ਉਸ ਵੇਲੇ ਇਹਦੇ ਕੋਲੋਂ ਸਤਿਗੁਰਾਂ ਦੀ ਹੁੰਦੀ ਹੋਈ ਜਿੱਤ ਦੇਖ ਕੇ ਸਹਾਰਿਆ ਨਾ ਗਿਆ। ਲੋਕਾਂ ਨੂੰ ਸੱਤੀ ਕੱਪੜੀ ਅੱਗ ਲੱਗਦੀ ਹੈ, ਇਹਨੂੰ 8 ਕੱਪੜੀ ਅੱਗ ਲੱਗੀ, ਸੜ ਮੋਇਆ ਈਰਖਾ ਦੀ ਅੱਗ ਵਿੱਚ। ਸੁਬਟੇ ਸੰਗ ਜਿਸ ਕੇ ਉਦਾਰ। ਕਹਿੰਦੇ ਇਹਦੇ ਨਾਲ 100 ਸੂਰਮਾ ਸੀ, ਉਹ ਵਿਸ਼ੇਸ਼ ਸੂਰਮੇ ਸਨ, ਸੂਰਮਿਆਂ ਦੇ ਵਿੱਚੋਂ ਵੀ ਸੂਰਮੇ ਚੁਣੇ ਹੋਏ ਸਨ। 100 ਜੋ ਹਮੇਸ਼ਾ ਇਹਦੇ ਨਾਲ ਰਹਿੰਦਾ ਸੀ। ਨਿਤ ਰਹਿਤ ਸਾਤ ਬਾਂਕੇ ਜੁਝਾਰ। ਤੇ ਕਵੀ ਜੀ ਕਹਿੰਦੇ ਨੇਤੀ ਇਹਦੀ ਹਜ਼ੂਰੀ ਵਿੱਚ ਇਹਦੇ ਖੈਮੇ ਵਿੱਚ ਹੀ ਰਹਿੰਦੇ ਸਨ, ਇਹਦੇ ਆਸ-ਪਾਸ। ਤੇ ਬੜੇ ਉਹ ਬੰਕੇ ਨੌਜਵਾਨ ਸਨ ਤੇ ਬੜੇ ਜੁਝਾਰੂ ਸਨ 100 ਜਵਾਨ। ਮਿਲ ਖਾਨ ਪਾਨ ਜਿਨ ਸੋ ਕਰੰਤ। ਔਰ ਜਿਨ੍ਹਾਂ ਦੇ ਨਾਲ ਖਾਨ ਪਾਨ ਇਹਦਾ ਇਕੱਠਾ ਸੀ, ਖਾਂਦਾ ਵੀ ਇਕੱਠਾ ਸੀ ਤੇ ਸ਼ਰਾਬ ਇਤਿਆਦਿ ਇਹਨਾਂ ਦੀ ਫਿਤਰਤ ਬਣ ਚੁੱਕੀ ਸੀ ਤੁਰਕਾਂ ਦੀ। ਉਹ ਖਾਣ ਪੀਣ ਇਹਨਾਂ ਦਾ ਇਕੱਠਾ ਹੀ ਸੀਗਾ। ਹਸਬੇ ਬਿਲਾਸ ਆਨੰਦ ਤਰੰਤ। ਔਰ ਉਹਨਾਂ ਦੇ ਨਾਲ ਹੱਸਣਾ ਬਚਨ ਬਿਲਾਸ ਕਰਨੇ। ਤੁਰਕੜੇ ਜਿਹੜੇ ਸਨ ਆਮ ਸਿਪਾਹੀ ਦੇ ਨਾਲ ਹੱਸਿਆ ਵੀ ਨਹੀਂ ਸਨ ਕਰਦੇ, ਇਹਨਾਂ ਦੀ ਰੀਤੀ ਬਣਾਈ ਸੀ। ਅੱਜ ਵੀ ਫੌਜ ਵਿੱਚ ਕਈ ਥਾਵਾਂ ਤੇ ਇਸ ਤਰ੍ਹਾਂ ਨੂੰ ਵੇਖਣ ਨੂੰ ਮਿਲਦਾ ਹੈ, ਜਿਹੜਾ ਕੋਈ ਵੱਡੇ ਰੈਂਕ ਦਾ ਮਾਲਕ ਹੁੰਦਾ ਉਹ ਛੋਟੇ ਸਿਪਾਹੇ ਇਤਿਆਦਿਕ ਦੀ ਉਹ ਸਲੂਟ ਦਾ ਵੀ ਜਵਾਬ ਨਹੀਂ ਦਿੰਦਾ ਹੈ। ਇਸ ਤਰ੍ਹਾਂ ਦਾ ਉਹਨਾਂ ਦਾ ਸਿਸਟਮ ਬਣਾਇਆ ਹੁੰਦਾ ਹੈ ਤੇ ਉਹਨਾਂ ਦੇ ਹਿਸਾਬ ਦੇ ਨਾਲ ਇਹ ਠੀਕ ਹੈ। ਤਾਂ ਇਸੇ ਪ੍ਰਕਾਰ ਇਹ ਖਾਸ ਇਹਦੇ 100 ਸਿਪਾਹੀ ਸਨ ਜਿਨ੍ਹਾਂ ਦੇ ਨਾਲ ਸਿਰਫ ਇਹ ਬਚਨ ਵਿਲਾਸ ਕਰਦਾ ਸੀ ਤੇ ਹੱਸਦਾ ਖੇਡਦਾ ਸੀ। ਮਤਲਬ ਇਹਦੇ ਖਾਸ ਨਜ਼ਦੀਕੀ ਸਨ ਉਹ। ਗਿਨੇ ਅੰਤ ਜੰਗ ਮੈਂ ਪ੍ਰਥਮ ਜਾਨ। ਉਹ 100 ਸੂਰਮੇ ਨੂੰ ਮੈਦਾਨੇ ਜੰਗ ਵਿੱਚ ਸਭ ਤੋਂ ਮੋਢੀ ਕਰਕੇ ਜਾਣਦਾ ਸੀ।
ਕਿਤੇ ਬਹੁਤੀ ਜ਼ਰੂਰਤ ਪੈਂਦੀ ਸੀ ਤਾਂ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਜਾਂਦਾ ਸੀ, ਵਰਨਾ ਨਹੀਂ ਸਨ ਭੇਜਦੇ। ਇੱਕ ਇੱਕ ਬੰਦਾ 100 ਵਿੱਚੋਂ ਕੀਮਤੀ ਸੀ। ਸਭ ਲਖੈ ਸ਼ਸਤਰ ਵਿਦਿਆ ਮਹਾਨ। ਤੇ ਉਹ 100 ਜਿਹੜੇ ਜਵਾਨ ਹਨ, ਜੰਗਜੂ ਹਨ, ਸਭ ਪ੍ਰਕਾਰ ਦੀ ਸ਼ਸਤਰ ਵਿਦਿਆ, ਕੀ ਤੀਰ, ਕੀ ਗੋਲੀ, ਕੀ ਤਲਵਾਰ, ਕੀ ਨੇਜਾ, ਕੀ ਘੋੜ ਸਵਾਰੀ, ਕੀ ਗੁਲੇਲਾ, ਛੋਟੇ ਤੋਂ ਲੈ ਕੇ ਵੱਡੇ ਹਥਿਆਰ ਤੱਕ ਚਲਾਉਣਾ ਜਾਣਦੇ। ਜਿਨ ਸੰਗ ਬਾਰਨੀ ਪਾਨ ਕੀਨਾ। ਤੇ ਇੰਨੇ ਇਹਦੇ ਉਹ ਨੇੜੇ ਸਨ ਕਿ ਇੱਕੋ ਹੀ ਸੁਰਾਈ ਦੇ ਵਿੱਚੋਂ ਇਹ ਸਾਰੇ ਸ਼ਰਾਬ ਪੀਆ ਕਰਦੇ ਸਨ। ਇਹ ਜਿਹੜੇ ਤੁਰਕੜੇ ਨੇ ਇਹ ਮਜਲਿਸ ਬਣਾ ਕੇ ਰੋਟੀ ਟੁੱਕ ਖਾਂਦੇ ਨੇ। ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਨਾ, ਇਹਨਾਂ ਦੀ ਖਾਣ ਦੀ ਇਹ ਰੀਤੀ, ਹਰੇਕ ਨੂੰ ਆਪਣੇ ਨਾਲ ਬਿਠਾਉਂਦੇ ਨਹੀਂ ਹਨ, ਪਰ ਜਿਹਨੂੰ ਬਿਠਾਉਂਦੇ ਨੇ ਇਹਨਾਂ ਦੀ ਰੀਤੀ ਹੈ। ਤੁਸੀਂ ਕਿਤੇ ਹਿਸਟਰੀ ਪੜ੍ਹ ਕੇ ਦੇਖੋ ਤੁਰਕਾਂ ਦੀ, ਜਾਂ ਨਜ਼ਰ ਮਾਰ ਕੇ ਦੇਖੋ। ਇੱਕ ਆਦਮੀ ਇੱਕ ਆਪਣੇ ਹੱਥ ਵਿੱਚ ਰੋਟੀ ਲੈਂਦਾ, ਉਸ ਰੋਟੀ ਦੇ 2 ਹਿੱਸੇ ਕਰਦਾ, ਤੇ ਅੱਧਾ ਹਿੱਸਾ ਨਾਲ ਜੋ ਬੈਠਾ ਹੁੰਦਾ ਉਹਨੂੰ ਦਿੰਦਾ ਹੈ। ਉਹ ਆਦਮੀ ਆਪਣੀ ਰੋਟੀ ਦੇ 2 ਟੁਕੜੇ ਕਰਦਾ ਤੇ ਅੱਧਾ ਹਿੱਸਾ ਜੋ ਨਾਲ ਬੈਠਾ ਹੁੰਦਾ ਉਹਨੂੰ ਦੇ ਦਿੰਦਾ। ਰੋਟੀ ਇੱਕ ਹੀ ਸਭ ਨੂੰ ਮਿਲਦੀ ਹੈ, ਪਰ ਅੱਧਾ ਅੱਧਾ ਹਿੱਸਾ ਇਹ ਗੋਲ ਆਕਾਰ ਦਾ ਇਹ ਬਣਾ ਕੇ ਸੋ ਉੱਥੇ ਰੋਟੀ ਇਹ ਖਾਂਦੇ ਨੇ ਆਪਣੀ ਮਜਲਿਸ ਬਣਾ ਕੇ। ਫਿਰ ਇਹਨਾਂ ਦਾ ਖਾਣਾ ਐਡਾ ਭੈੜਾ ਤੇ ਕਵੱਲਾ ਹੈ ਜਿਹੜਾ ਖਾਲਸੇ ਨੂੰ ਕਦਾਚਿਤ ਵੀ ਪਸੰਦ ਨਹੀਂ ਆਉਂਦਾਗਾ। ਭਾਵੇਂ ਕਿੰਨੇ ਮਰਜ਼ੀ ਇਹਨਾਂ ਦੇ ਨਾਲ ਪਿਆਰ ਦੇ ਸੰਬੰਧ ਕਿਉਂ ਨਾ ਹੋਣ, ਖਾਲਸਾ ਇਹਨਾਂ ਦੇ ਨਾਲ ਬਹਿ ਕੇ ਰੋਟੀ ਨਹੀਂ ਖਾ ਸਕਦਾ ਹੈ, ਕਿਉਂਕਿ ਬਹੁਤ ਜ਼ਿਆਦਾ ਇਹ ਝੂਠ ਖਾਂਦੇ ਹਨ ਆਪਸ ਵਿੱਚ। ਇਹਨਾਂ ਨੂੰ ਕਦੇ ਦੇਖੋ ਤੁਸੀਂ, ਸੋ ਇਹਨਾਂ ਦੇ ਖੈਮਿਆਂ ਦੇ ਵਿੱਚ, ਘਰਾਂ ਦੇ ਵਿੱਚ, ਔਤਾਕਾਂ ਦੇ ਵਿੱਚ, ਤੇ ਹੱਥ ਕਿਵੇਂ ਧੋਂਦੇ ਪਤਾ? ਆਪਾਂ ਤੇ ਹੱਥ ਇਸ ਤਰ੍ਹਾਂ ਧੋਂਦੇ ਆ ਕਿ ਜਿਹੜਾ ਹੱਥ ਧੋਣ ਵਾਲਾ ਬਰਤਨ ਹੁੰਦਾ, ਬੱਠਲ ਇਤਿਆਦਿਕ, ਉਹ ਅਸੀਂ ਨੀਵਾਂ ਕਰਕੇ ਰੱਖਦੇ ਆ, ਹੱਥ ਉੱਚੇ ਕਰਕੇ ਰੱਖਦੇ ਆ ਕਿ ਥੱਲੇ ਜਾਣ ਵਾਲਾ ਗੰਦਾ ਪਾਣੀ, ਉਹਦੀਆਂ ਛਿੱਟਾਂ ਵੀ ਸਾਡੇ ਹੱਥਾਂ ਵਿੱਚ ਨਾ ਪੈਣ। ਇਹ ਇੱਕ ਬਾਟੇ ਵਿੱਚ ਪਾਣੀ ਲੈਂਦੇ ਨੇ, ਉਹਦੇ ਵਿੱਚੋਂ ਹੱਥ ਧੋਂਦੇ ਨੇ, ਉਹਦੇ ਵਿੱਚੋਂ ਚੁਲਾ ਭਰ ਕੇ ਤੇ ਇਸ ਤਰ੍ਹਾਂ ਇਹ ਮੂੰਹ ਇਤਿਆਦਿਕ ਧੋਂਦੇ ਨੇ, ਅੰਦਰ ਵੀ ਲੰਘਾਉਂਦੇ ਨੇ। ਫਿਰ ਦੂਸਰਾ ਬੰਦਾ, ਤੀਸਰਾ ਬੰਦਾ, ਉਹਨੂੰ ਸਾਡੀ ਭਾਸ਼ਾ ਵਿੱਚ ਤੇ ਹੱਥ ਧੋਣੇ ਨਹੀਂ ਕਿਹਾ ਜਾ ਸਕਦਾ, ਪਰ ਇਹਨਾਂ ਦਾ ਇਹ ਸੁਰਤਾ ਬਿਰਤਾ ਇਹ ਇਸ ਪ੍ਰਕਾਰ ਹੈ। ਤਾਂ ਕਰਕੇ ਖਾਲਸੇ ਦਾ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਕਿਸੇ ਪ੍ਰਕਾਰ ਦੀ ਜੋ ਹੈ ਉਹ ਨਹੀਂ ਹੋ ਸਕਦੀ। ਤੋ ਇਸੇ ਪ੍ਰਕਾਰ ਇਹ ਖਾਸ ਸੂਰਮੇ ਸਨ ਜਿਨ੍ਹਾਂ ਦੇ ਨਾਲ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ, ਜਿਨ ਸੰਗ ਬਾਰਨੀ ਕਰਤ ਪਾਨ ਕੀਨ, ਜਿਨ੍ਹਾਂ ਦੇ ਨਾਲ ਇਕੱਠੇ ਬਹਿ ਕੇ ਸ਼ਰਾਬ ਪੀਂਦੇ ਸਨ, ਇੱਕੋ ਘੜੇ ਮਟਕੇ ਵਿੱਚੋਂ ਇੱਕ ਸੁਰਾਈ ਦੇ ਨਾਲ ਪੀਆ ਕਰਦੇ ਸਨ। ਤਨ ਅਲੰਕਾਰ ਤਾਰੇ ਪ੍ਰਬੀਨ। ਇਹ ਜਿਹੜਾ 100 ਸੂਰਮਾ ਇਹਨਾਂ ਨੇ ਆਪਣੇ ਸਰੀਰ ਤੇ ਬੜੇ ਸੁੰਦਰ ਗਹਿਣੇ ਵੀ ਸਜਾਏ ਹਨ, ਮਹਿੰਗੇ। ਕੁਲ ਮੁਗਲ ਢੀਲ ਗੋਰੇ ਦਰਾਜ। ਇਹਨਾਂ ਦੀ ਕੁੱਲ ਕਿਹੜੀ ਹੈ? ਇਹ ਮੁਗਲ ਹਨ, ਮੰਗੋਲ ਹਨ। ਇਹ ਚੰਗੇਜ਼ ਖਾਨ ਦੀ ਔਲਾਦ, ਔਰੰਗਜ਼ੇਬ ਦੀ, ਬਾਬਰ ਦੀ, ਹਮਾਯੂ ਦੀ, ਅਕਬਰ ਦੀ, ਜਹਾਂਗੀਰ ਦੀ, ਸ਼ਾਹਜਹਾਨ ਦੀ, ਉਹਨਾਂ ਦੇ ਆਪਣੇ ਖਾਨਦਾਨ ਵਿੱਚੋਂ, ਆਪਣੇ ਕਬੀਲੇ ਵਿੱਚੋਂ, ਆਪਣੀ ਬਰਾਦਰੀ ਵਿੱਚੋਂ ਹਨ। ਇਹ ਬੜੇ ਵੱਡੇ ਦੀਲ ਦਰਾਜ ਹਨ। ਬੜ ਮੁੰਡ ਮੁੰਡ ਮੁਖ ਮਾਸ ਖਾਜ। ਕਵੀ ਜੀ ਕਹਿੰਦੇ ਇਹਨਾਂ ਦੇ ਮੂੰਹ ਸਿਰ ਬੜੇ ਚੌੜੇ ਨੇ ਤੇ ਮੂੰਹ ਤੋਂ ਮਾਸ ਖਾਂਦੇ ਨੇ। ਘਾਹ ਇਹ ਰੋਟੀ ਨੂੰ ਜਿਹੜਾ ਨੌਨ ਵੈਜ ਹੈ ਉਹਨੂੰ ਹੀ ਖਾਂਦੇ ਨੇ, ਜਿਹੜਾ ਵੈਜੀਟੇਰੀਅਨ ਉਹਨੂੰ ਤੇ ਘਾਹ ਕਹਿੰਦੇ, ਬੱਕਰਿਆਂ ਦੀ ਖੁਰਾਕ ਕਹਿੰਦੇ। ਕਹਿੰਦੇ ਪਰੇ ਲਾ ਜੋ ਕਿ ਇਹਨੂੰ ਆਖੇ ਬੱਕਰਿਆਂ ਕੋਈ ਅਸੀਂ ਤਾਂ ਮਾਸ ਹੀ ਖਾਵਾਂਗੇ, ਉਹ ਵੀ ਕੱਚਾ। ਐਸੀ ਇਹਨਾਂ ਦੀ ਬਿਰਤੀ ਹੈ। ਬਹੁਮੁੱਲ ਬਸਤਰ ਉਪਰ ਤਰੰਤ। ਔਰ ਬਹੁਤ ਮੁੱਲੇ ਬਹੁਮੁੱਲੇ ਬਸਤਰ ਸਰੀਰ ਤੇ ਸਜਾਏ ਹਨ, ਚਮੜੇ ਇਤਿਆਦਿਕ ਦੇ ਬਣੇ, ਕਿ ਤੀਰ ਅਤੇ ਹੋਰ ਕੋਈ ਸ਼ਸਤਰ ਵਾਰ ਨਾ ਕਰੇ। ਗਹਿ ਗਹਿ ਕਮਾਨ ਧਾਏ ਤੁਰੰਤ। ਇਹ ਲਲਾ ਬੇਗ ਦੇ ਨਾਲ ਹੱਥ ਵਿੱਚ ਕਮਾਨਾਂ ਤੇ ਪੱਥੇ ਤੇ ਤੀਰ ਲੈ ਕੇ ਧਾਵਾ ਬੋਲ ਚੁੱਕੇ ਹਨ। ਵਾਹਨ ਵਿਸਾਲ ਕੇ ਤਕ ਪਠਾਨ। ਇਹਨਾਂ ਵਿੱਚੋਂ ਕੁਝ ਪਠਾਨ ਵੀ, ਇਹ ਜਿਨ੍ਹਾਂ ਦੀ ਹੁਣ ਗਿਣਤੀ ਆਈ ਉਹ ਮੁਗਲ ਨਾ, ਤੇ ਕੁਝ ਹੋਰ ਹਨ ਉਹ ਪਠਾਨ ਭਾਵ ਮੁਸਲਮਾਨ। ਮੁਗਲਾਂ ਤੇ ਮੁਸਲਮਾਨਾਂ 'ਚ ਫਰਕ ਹੈ। ਨਿਜ ਰਖੈ ਆਨ ਸਭ ਤੇ ਮਹਾਨ। ਔਰ ਆਪਣੀ ਉਹ ਸ਼ਾਨ ਸਭ ਤੋਂ ਉੱਤਮ ਰੱਖਦੇ ਨੇ। ਉਹ ਮੁਗਲਾਂ ਤੋਂ ਪਠਾਨ ਆਪਣੇ ਆਪ ਨੂੰ ਉੱਤਮ ਮੰਨਦੇ ਹਨ। ਜਿਵੇਂ ਹਿੰਦੂਆਂ ਵਿੱਚੋਂ ਤੁਸੀਂ ਸਮਝ ਲਓ ਵੀ ਇੱਕ ਕਸ਼ਤਰੀ ਹੋ ਗਿਆ ਤੇ ਇੱਕ ਬ੍ਰਾਹਮਣ ਹੋ ਗਿਆ, ਇਸ ਤਰ੍ਹਾਂ ਉਹ ਮੁਗਲਾਂ ਨੂੰ ਨੀਵਾਂ ਮੰਨਦੇ ਹਨ ਤੇ ਆਪਣੇ ਆਪ ਨੂੰ ਮਹਾਨ ਮੰਨਦੇ ਨੇ ਵੀ ਅਸੀਂ ਕੋਈ ਸ਼ੇਖ ਆ, ਕੋਈ ਹਜ਼ਰਤ ਉਮਰ ਦਾ ਖਾਨਦਾਨ ਆ, ਹਜ਼ਰਤ ਮੁਹੰਮਦ ਸਾਹਿਬ ਦਾ ਖਾਨਦਾਨ ਆ, ਵੀ ਇੱਕ ਦੂਜੇ ਨੂੰ ਸਾਰੇ ਵੱਧ ਕੇ ਨੇ, ਘੱਟ ਕੋਈ ਵੀ ਨਹੀਂ ਸਮਝਦਾ।
ਇਹ ਐਸੇ ਮਹਾਨ ਹਨ ਆਪਣੇ ਆਪ ਵਿੱਚ। ਜਿਨ ਮੈਂ ਬਹਾਦਰੀ ਕਹਿ ਬਿਲੰਦ। ਕਵੀ ਜੀ ਕਹਿੰਦੇ ਜਿਨ੍ਹਾਂ ਵਿੱਚ ਬੜੀ ਬਹਾਦਰੀ ਕਹੀ ਜਾਂਦੀ ਹੈ, ਕਿੱਸੇ ਹਨ ਬਹਾਦਰੀਆਂ ਦੇ। ਚੰਚਲ ਤੁਰੰਗ ਚਾਲਤ ਅਮੰਦ। ਔਰ ਜਿਨ੍ਹਾਂ ਦੇ ਥੱਲੇ ਚੱਲਣ ਵਾਲੇ ਘੋੜੇ ਬੜੇ ਚੰਚਲ ਨੇ ਔਰ ਹਵਾ ਨੂੰ ਕ੍ਰੋਸ ਕਰਦੇ ਜਾਂਦੇ ਹਨ। ਤਿਨ ਲਲਾ ਬੇਗ ਲੈ ਸੰਗ ਬੇਗ। ਕਹਿੰਦੇ ਇਹ ਲਾਲਾ ਬੇਗ ਬੜੀ ਕਾਹਲੀ ਨਾਲ ਉਹਨਾਂ ਨੂੰ ਆਪਣੇ ਨਾਲ ਲੈ ਕੇ 100 ਸੂਰਮੇ ਨੂੰ ਵਿੱਚ ਪਰਿਓ ਜੰਗ ਗਹਿ ਤੇਜ ਤੇਗ। ਦੇਖੋ ਮੌਤ ਆਵਾਜ਼ਾਂ ਮਾਰਦੀ ਹੈ। ਉਹ ਜਿਵੇਂ ਕਹਿੰਦੇ ਕੂਕਰ ਦੀ ਮੌਤ ਹੁੰਦੀ ਤੇ ਮਸੀਤੇ ਚੜ ਜਾਂਦਾ ਹੈ, ਬਸ ਇਹਦੀ ਮੌਤ ਹੀ ਆਈ ਹੈ, ਹੋਰ ਕੁਛ ਨਹੀਂ ਹੈ ਭਾਈ। ਜਹ ਪਰਿਓ ਪੁੱਤਰ ਕੋ ਹਤ ਸਰੀਰ। ਜਿੱਥੇ ਇਹਦੇ ਸਕੇ ਪੁੱਤ ਕਾਸਮ ਬੇਗ ਦੀ ਲਾਸ਼ ਪਈ ਸੀਗੀ, ਇੱਕ ਵਾਰ ਪਹੁੰਚਵੇ ਚਹਸ ਤੀਰ। ਇੱਕ ਵਾਰੀ ਉਹਦੇ ਕੋਲ ਪਹੁੰਚਣਾ ਚਾਹੁੰਦੇ ਨੇ, ਉਹਦੀ ਲੋਥ ਚੁੱਕ ਕੇ ਲਿਜਾਣਾ ਚਾਹੁੰਦੇ ਨੇ। ਇਹਦਾ ਇਹ ਮਕਸਦ ਹੈ ਕਿ ਚੁਣੀਦਾ ਸੂਰਮੇ ਲੈ ਕੇ ਸਿੱਖਾਂ ਨੂੰ ਧੱਕ ਕੇ ਪਿੱਛੇ ਕਰ ਦੇਣਾ, ਸਿੱਖਾਂ ਦਾ ਨਿਸ਼ਾਨ ਢਾ ਦੇਣਾ, ਉੱਥੇ ਆਪਣੀ ਲਾਸ਼ ਚੁੱਕ ਕੇ ਲਿਆਉਣੀ ਆਪਾਂ। ਮੁਕਤੰਤ ਤੀਰ ਤੋਮਰ ਉਬਾਰ। ਤੋਮਰ ਬਰਛੇ ਉਭਾਰੇ ਹੋਏ ਨੇ, ਤਾਂ ਨੂੰ ਚੱਕੇ ਹੋਏ ਨੇ ਨੇਜੇ, ਤੇ ਤੀਰ ਛੱਡਦੇ ਤੁਰੇ ਆਉਂਦੇ ਹਨ। ਗਮਨੰਤ ਅਗਰ ਕਹਿ ਮਾਰ ਮਾਰ ਲੋ ਕਹਿ ਕੇ ਤੇ ਅੱਗੇ ਨੂੰ ਵਧਦੇ ਹਨ। ਇਹ ਨਿਜ ਹਾਰ ਜਾਣ ਬੋਰਿਸ ਤਬੀਰ। ਆਪਣੀ ਹਾਰ ਜਾਣ ਕੇ ਬੜੇ ਕ੍ਰੋਧਿਤ ਹੋਏ ਨੇ ਕਿ ਹਾਰ ਤੇ ਜਾਣਾ ਹੀ, ਹਾਰ ਤੇ ਗਏ ਆ, ਪਰ ਹੁਣ ਛੱਡਣਾ ਕੋਈ ਨਹੀਂ, ਸਾਹਮਣੇ ਜੋ ਬਚਿਆ। ਮੁਗਲਨ ਪਠਾਨ ਮੈਂ ਨੀਕ ਤੀਰ। ਕਵੀ ਜੀ ਕਹਿੰਦੇ ਮੰਗੋਲ ਦੇ ਵਿੱਚੋਂ ਤੇ ਪਠਾਣਾ ਮੁਸਲਮਾਨਾਂ ਵਿੱਚੋਂ ਜਿਹੜੇ ਕੋਈ ਖਾਸ ਚੁਣੀਦਾ ਬਚੇ ਸਨ, ਬੜੇ ਧੀਰਜ ਧਾਰੀ, ਬੜੇ ਠਰਮੇ, ਬੜੇ ਹੌਸਲੇ ਵਾਲੇ। ਹੌਸਲਾ ਹੋਵੇ ਵੀ ਕਿਉਂ ਨਾ, ਬੜੀਆਂ ਬੜੀਆਂ ਕੌਮਾਂ ਹਰਾਈਆਂ ਸਨ ਇਹਨਾਂ ਨੇ। ਗੁਰ ਸੂਰ ਵਦੇ ਦੀਨੋ ਸਮੋਰ। ਇਧਰੋਂ ਇਹ ਮੂੰਹ ਚੱਕ ਕੇ ਤੁਰੇ ਆਉਣ, ਉਧਰੋਂ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਮਰ ਜੀਵੜੇ ਸਿੱਖ, ਜਾਨਾਂ ਹੂਲ ਕੇ ਲੜਨ ਵਾਲੇ ਤੇ ਸ਼ਹੀਦੀ ਦੀ ਇੱਛਾ ਨੂੰ ਲੈ ਕੇ ਜੂਝਣ ਵਾਲੇ, ਉਹ ਵੀ ਅੱਗੇ ਆ ਗਏ ਤੇ ਮੂੰਹ ਤੋੜਵਾ ਜਵਾਬ ਦਿੱਤਾ, ਮੂੰਹ ਮੋੜ ਦਿੱਤਾ ਇਹਨਾਂ ਦਾ। ਇੱਕ ਵਾਰ ਚੁੰਗ ਮਿਲ ਕੀ ਨ ਜੋਰ। ਸਿੱਖਾਂ ਨੇ ਜੱਥਾ ਬਣਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਾਰਾ ਲਗਾ ਕੇ ਅੱਗੇ ਨੂੰ ਵਧੇ, ਅਕਾਲ ਅਕਾਲ ਕਹਿੰਦੇ ਹੋਏ। ਤੁਪਕ ਤੜਾਕ ਤੀਰਣ ਸੜਾਕ। ਜਦੋਂ ਇਹ ਵੀ ਆਏ, ਇਧਰੋਂ ਸਿੱਖ ਵੀ ਆਏ, ਹੋਇਆ ਕਿ ਤੁਪਕ ਬੰਦੂਕਾਂ ਦੇ ਤੜਾਕ ਤੜਾਕ ਦੀਆਂ ਆਵਾਜ਼ਾਂ ਔਰ ਤੀਰਾਂ ਦੇ ਚੱਲਣ ਦੀਆਂ ਸੜਾਕ ਸੜਾਕ ਦੀਆਂ ਆਵਾਜ਼ਾਂ ਸ਼ੂਕ ਦੇ ਸੱਪ ਦੀ ਤਰ੍ਹਾਂ ਫਨੀਆਂ। ਤਿਨ ਕਾੜ ਖੜਗ ਹਤ ਤਾਕ ਤਾਕ। ਕੋਈ ਬੰਦੂਕ, ਕੋਈ ਤੀਰ ਔਰ ਕੋਈ ਖੜਗ ਤਲਵਾਰ ਦਾ ਯੁੱਧ ਮਚਾਉਂਦਾ ਸਿੱਖਾਂ ਵਿੱਚੋਂ। ਹਿਮ ਘਨੇ ਕਾਲ ਕਮਸਾਨ ਘਾਏ। ਇਸ ਤਰ੍ਹਾਂ ਦੋਨਾਂ ਜੱਥਿਆਂ ਵਿੱਚ, ਇਧਰੋਂ ਤੁਰਕੜਿਆਂ ਦੇ ਵਿੱਚ ਮੰਗੋਲਾਂ, ਉਧਰੋਂ ਸਿੱਖਾਂ ਦੇ ਵਿੱਚ ਯੁੱਧ ਮਚਿਆ। ਗਿਰ ਪਰੇ ਸੁਪਟ ਬਹੁ ਜੰਗ ਥਾਏ। ਬੜੇ ਵੱਡੇ ਵੱਡੇ ਜੁਝਾਰੂ ਸੂਰਮੇ ਮੈਦਾਨੇ ਜੰਗ ਵਿੱਚ ਡਿੱਗ ਪਏ, ਭਾਵ ਸ਼ਹੀਦ ਹੋ ਗਏ ਹਨ ਦੋਨਾਂ ਧਿਰਾਂ ਦੇ। ਇੱਕ ਪੁੱਤਰ ਲੋਥ ਮਿਲ ਰਹਿਸ ਧੂਰ। ਇਸ ਪ੍ਰਕਾਰ ਇਹਨੇ ਲਲਾ ਬੇਗ ਨੇ ਦੇਖਿਆ ਕਿ ਮੇਰੇ ਪੁੱਤ ਦੀ ਲੋਥ ਜਿਹੜੀ ਹੈ ਉਹ ਧਰਤੀ ਵਿੱਚ ਲੋਥ ਪੋਥ ਹੋ ਪਈ, ਸਰੀਰ ਤੋਂ ਖੂਨ ਵਗਦਾ ਔਰ ਮਿੱਟੀ ਦੇ ਨਾਲ ਪਛਾਣਿਆ ਤੱਕ ਨਹੀਂ ਜਾਂਦਾ ਹੈ। ਬਹੁ ਸੋਕ ਧਾਰ ਜਲ ਨੈਣ ਪੂਰ। ਜਦੋਂ ਇਹਨੇ ਨੇਤਰਾਂ ਦੇ ਨਾਲ ਦੇਖਿਆ ਕਿ ਮਰਿਆ ਹੋਇਆ ਪੁੱਤ ਉੱਥੇ ਲੇਟਣੀਆਂ ਲੈ ਰਿਹਾ ਤੇ ਬਹੁਤ ਭਾਰੀ ਮਨ ਵਿੱਚ ਦੁਖੀ ਹੋਇਆ ਇਹ। ਕੁਝ ਥਿਰਿਓ ਨਿਕਟ ਨਾ ਦੇਖ ਸਕਾਹੇ। ਔਰ ਕਹਿੰਦੇ ਨੇੜੇ ਖੜ ਕੇ ਦੇਖ ਨਹੀਂ ਸਕਦਾ ਹੈ ਖੂਨੀ ਮੰਜ਼ਰ ਨੂੰ। ਜਨ ਫਟਤ ਰਿਦਾ ਬਹੁ ਕਸ਼ਟ ਮਾਹੇ। ਕਹਿੰਦੇ ਮੰਨ ਲਓ ਪੁੱਤ ਨੂੰ ਨਾ ਦੇਖਿਆ ਹੋਵੇ, ਕਿਸੇ ਨੇ ਦੀ ਹਿੱਕ 'ਚ ਕਲੇਜਾ ਹੀ ਕੱਢ ਲਿਆ ਹੋਵੇ ਹਿੱਕ ਵਿੱਚੋਂ, ਇਸ ਤਰ੍ਹਾਂ ਦਿਲ ਫਟਦਾ ਮਰੇ ਹੋਏ ਪੁੱਤ ਦੀ ਲਾਸ਼ ਵੇਖ ਕੇ। ਸਭ ਲੋ ਸੁਭਟ ਜੇਟਾ ਪ੍ਰਚੰਡ। ਕਹਿੰਦੇ ਤਦੋਂ ਤੱਕ ਸੋ ਬੜੇ ਬੜੇ ਜੁਝਾਰੂ ਜੋ ਸੂਰਮੇ ਹਨ, ਉਹਨਾਂ ਵਿੱਚੋਂ ਇੱਕ ਨਾਮ ਹੈ ਭਾਈ ਜੇਠਾ ਜੀ ਸਾਹਿਬ ਜੀ ਦਾ। ਸਤਿਗੁਰੂ ਜੀ ਮਹਾਰਾਜ ਜੀ ਦੇ ਅਨੰਦ ਪਿਆਰੇ ਗੁਰਸਿੱਖ ਸਨ। ਬਲਵੰਡ ਬੜੋ ਚਿਤ ਚਹਿਕ ਮੰਡ। ਕਵੀ ਜੀ ਕਹਿੰਦੇ ਉਹ ਬਹੁਤ ਵੱਡੇ ਬਲ ਵਾਲੇ ਹਨ, ਬੜੇ ਬਲਸ਼ਾਲੀ ਨੇ, ਗੁਰੂ ਬਖਸ਼ਿਆ ਤਾਣ ਹੈ ਉਹਨਾਂ ਦੇ ਪਾਸ, ਔਰ ਗੁਰੂ ਬਖਸ਼ੇ ਤਾਣ ਕਰਕੇ ਮਾਣ ਵੀ ਹੈ ਉਹਨਾਂ ਨੂੰ ਗੁਰੂ ਉੱਪਰ। ਕਰ ਤੁੰਦ ਤੁਰੰਗਮ ਅਗਰ ਜਾਏ। ਪਤਾ ਨਹੀਂ ਉਹਨਾਂ ਦੇ ਚਿੱਤ ਵਿੱਚ ਕੀ ਦਲੇਰੀ ਆਈ ਹੈ, ਗੁਰੂ ਦੀ ਮੌਜ ਹੋਵੇ ਵੀ ਸਾਹਮਣੇ ਤੁਰਕੜੇ ਚੜ ਕੇ ਆਏ ਨੇ, ਖੁਦ ਸੈਨਾਪਤ ਆਪ ਆ ਗਿਆ, ਕਾਬਲ ਦਾ ਹਾਕਮ ਆ ਗਿਆ, ਸਿਪਾਹ ਸਲਾਰ ਆ ਗਿਆ, ਸੈਨਾਪਤ ਆ ਗਿਆ। ਸਿੱਖ ਦੇ ਮਨ 'ਚ ਪਤਾ ਨਹੀਂ ਕੀ ਆਇਆ, ਸ਼ਹੀਦੀ ਦਾ ਜਾਮ ਪੀਣਾ ਚਾਹੁੰਦਾ, ਗੱਲ ਹੋਰ ਕੋਈ ਨਹੀਂ। ਤੋ ਆਪ ਉਹ ਘੋੜੇ ਤੇ ਅਸਵਾਰ ਹੋ ਕੇ ਤੇ ਅੱਗੇ ਆ ਗਏ ਹਨ। ਸਮਦਾਏ ਬਾਨ ਮਾਰੇ ਰਿਸਾਏ। ਸਾਹਮਣੇ ਆਣ ਕੇ ਤੀਰ ਮਾਰੇ ਨੇ, ਸੋਚਦੇ ਨੇ ਕਿ ਅੱਜ ਸੈਨਾਪਤੀ ਮਾਰ ਸੁੱਟਣਾ ਹੈ, ਅੱਜ ਆਰ ਪਾਰ ਦੀ ਲੜਾਈ ਹੋਵੇਗੀ। ਇਹ ਲਲਾ ਬੇਗ ਤੈ ਸਮੁਖ ਹੋਏ। ਭਾਈ ਜੇਠਾ ਜੀ ਸਾਹਿਬ ਜੀ ਨੇ ਐਸੀ ਦਲੇਰੀ ਕੀਤੀ ਕਿ ਜਿੱਥੇ ਲਲਾ ਬੇਗ ਸੀਗਾ ਉਹਦੇ ਸਾਹਮਣੇ ਆ ਗਏ ਹਨ। ਰੂਪ ਰਹਿਓ ਵੀਰ ਸਤਰੁਣ ਪਰੋਏ। ਉਹਦੇ ਸਾਹਮਣੇ ਖਲੋ ਗਏ ਨੇ, ਦੁਸ਼ਮਣਾਂ ਨੂੰ ਪਰੋ ਕੇ ਰੱਖ ਦਿੱਤਾ, ਜਿਵੇਂ ਫੁੱਲ ਪਰੋ ਦੇਈਦੇ ਨੇ,
ਕਿਸੇ ਸੂਈ ਕੰਧੂਈ ਦੇ ਨਾਲ, ਇਸ ਤਰ੍ਹਾਂ ਤੀਰਾਂ ਦੇ ਨਾਲ ਛਾਤੀਆਂ ਪਰੋਈਆਂ ਹਨ। ਮੁਗਲਾਨ ਵਿੱਚ ਗਰਜਿਓ ਬਿਲੰਦ, ਇਸ ਤਰ੍ਹਾਂ ਮੁਗਲਾਂ ਦੇ ਵਿੱਚ ਬਹੁਤ ਵੱਡੀ ਭਾਰੀ ਗਰਜ ਮਚਾਈ ਹੈ। ਬਿਨ ਤਰਾਸ ਸ਼ਸਤਰ ਗਹਿ ਕਰ ਨਿਕੰਦ, ਔਰ ਬਿਨਾਂ ਕਿਸੇ ਡਰ ਭੈ ਤੋਂ ਹੱਥ ਵਿੱਚ ਸ਼ਸਤਰ ਲੈ ਕੇ ਮੈਦਾਨੇ ਜੰਗ ਵਿੱਚ ਵੰਗਾਰ ਪਾਈ ਹੈ। ਚਹ ਲਲਾ ਬੇਗ ਕੋ ਕਰਨ ਘਾਤ, ਤੇ ਭਾਈ ਜੇਠਾ ਜੀ ਸਾਹਿਬ ਲਲਾ ਬੇਗ ਦਾ ਸ਼ਿਕਾਰ ਕਰਨਾ ਚਾਹੁੰਦੇ ਹਨ। ਗਹਿ ਕਰਾ ਚੋਲ ਖੈਚੋ ਰਿਸਾਤ, ਤੀਰ ਰਸ ਵਿੱਚ ਆਣ ਕੇ ਮਿਆਨ ਵਿੱਚੋਂ ਤਲਵਾਰ ਨੰਗੀ ਕੀਤੀ ਹੈ ਤੇ ਸੂਰਜ ਦੀ ਚਮਕ ਦੇ ਨਾਲ ਇੰਨੀ ਚਮਕੀ ਹੈ ਕਿ ਸੂਰਜ ਵੀ ਸ਼ਰਮਸ਼ਾਰ ਹੋਇਆ ਹੈ ਪ੍ਰੇਰ ਸਮੁਖ ਕੀਏ ਨੇਰ ਜਾਏ। ਇਸ ਪ੍ਰਕਾਰ ਘੋੜੇ ਨੂੰ ਪ੍ਰੇਰਿਆ ਹੈ ਤੇ ਪ੍ਰੇਰ ਕੇ ਘੋੜੇ ਨੂੰ ਇਸ ਲਲਾ ਬੇਗ ਦੇ ਸਾਹਮਣੇ ਆ ਗਏ ਹਨ। ਸਿਰ ਕੋ ਪ੍ਰਹਾਰ ਦੀਨ ਚਲਾਏ, ਔਰ ਸਿਰ ਦਾ ਵਾਰ ਕਰਕੇ ਕਿ ਅੱਜ ਲਲਾ ਬੇਗ ਹੀ ਝਟਕਾ ਸੁੱਟਣਾ ਹੈ, ਸਿਰ ਦਾ ਵਾਰ ਕਰਕੇ ਗੁਰੂ ਕੇ ਗੁਰਸਿੱਖ ਭਾਈ ਜੇਠਾ ਜੀ ਸਾਹਿਬ ਜੀ ਨੇ ਤਲਵਾਰ ਚਲਾਈ ਹੈ। ਲੱਗ ਗਇਓ ਲੋਹਾ ਪਰ ਨਿਫਲ ਘਾਤ, ਔਰ ਇਹਦੇ ਸਰੀਰ ਤੇ ਲੋਹੇ ਦਾ ਟੋਪ ਸੀ, ਲੋਹੇ ਦੇ ਟੋਪ ਦੇ ਨਾਲ ਤਲਵਾਰ ਛੂ ਗਈ। ਨਤੀਜੇ ਵਜੋਂ ਉਹ ਵਾਰ ਵਿਅਰਥ ਚਲਾ ਗਿਆ। ਤਬ ਲਲਾ ਬੇਗ ਉਰ ਬੋਹਰੀ ਸਾਤ, ਉਸੇ ਲਲਾ ਬੇਗ ਸੈਨਾਪਤ ਸੀ, ਉਹਦੇ ਵਾਸਤੇ ਬੜੀ ਇੱਕ ਤੌਹੀਨ ਦੀ ਗੱਲ ਸੀ ਕਿ ਕੋਈ ਸਧਾਰਨ ਸਿੱਖ ਆਣ ਕੇ ਤਲਵਾਰ ਦਾ ਵਾਰ ਕਰ ਜੇ ਤੇ ਕਰੇ ਵੀ ਆਣ ਕੇ ਸਿਰ ਤੇ। ਤੇ ਇਸ ਪ੍ਰਕਾਰ ਉਹ ਬੜੇ ਵੀਰ ਰਸ ਵਿੱਚ ਗੁੱਸੇ ਤੈਸ਼ ਵਿੱਚ ਆਇਆ ਹੈ। ਨਿਜ ਖੜਕ ਖੈਚ ਕੀ ਨਸ ਪ੍ਰਹਾਰ, ਉਹਦੇ ਹੱਥ ਵਿੱਚ ਤਲਵਾਰ ਲੈ ਕੇ ਉਹਨੇ ਸਿੱਖ ਦਾ ਵਾਰ ਤੱਕਿਆ ਹੈ। ਹੈ ਚਪਲ ਹੋਤ ਕੇ ਲਗ ਸਵਾਰ, ਉਸ ਵੇਲੇ ਘੋੜਾ ਜੋ ਸੀ ਉਹ ਬੜਾ ਚਪਲ ਚੰਚਲ ਸੀ, ਉਹਦੇ ਵਾਰ ਛੂ ਗਿਆ ਹੈ। ਕੁਛ ਤਨਕ ਘਾਬ ਸਰੋਣਤ ਚਲੰਤ, ਕੁਝ ਜੋ ਜ਼ਖਮ ਲੱਗਾ ਹੈ, ਜ਼ਖਮ ਲੱਗਣ ਦੇ ਨਾਲ ਖੂਨ ਵਗਿਆ ਹੈ। ਜੇਠਾ ਸੁਬੀਰ ਜੇਠਾ ਲਰੰਤ, ਗੁਰੂ ਕੇ ਗੁਰਸਿੱਖ ਭਾਈ ਜੇਠਾ ਜੀ ਸਾਹਿਬ, ਜੇਠਾ ਦਾ ਅਰਥ ਹੁੰਦਾ ਵੱਡਾ, ਭਾਵ ਬਹੁਤਾ, ਉਹ ਬਹੁਤਾ ਹੀ ਲੜੇ ਹਨ, ਵੱਡਾ ਯੁੱਧ ਮਚਾਇਆ ਹੈ। ਇਮ ਖੜਕ ਚਲਤ ਮੁਗਲਾਨ ਦੇਖ, ਇਸ ਵੇਲੇ ਮੁਗਲਾਂ ਦੀਆਂ ਚਲਦੀਆਂ ਹੋਈਆਂ ਤਲਵਾਰਾਂ ਦੇਖੀਆਂ ਹਨ। ਸਭ ਪਰੇ ਆਨ ਓਰੜ ਵਿਸੇਖ, ਉਸ ਵੇਲੇ ਭਾਈ ਜੇਠਾ ਜੀ ਸਾਹਿਬ ਜੀ ਦੇ ਉੱਪਰ ਆਪਣਾ ਗੁੱਸਾ ਕੱਢਣ ਦੇ ਵਾਸਤੇ ਔਰ ਨੂੰ ਸਾਰੇ ਧਾ ਕੇ ਆ ਪਏ ਹਨ ਆਪ ਜੀ ਦੇ ਉੱਪਰ। ਕਿ ਖੜਗ ਤੁਪਕ ਨੇ ਜਾ ਉਬਾਰ, ਕਿਸੇ ਨੇ ਬੰਦੂਕ ਦਾ ਵਾਰ ਕੀਤਾ, ਕਿਸੇ ਨੇ ਤਲਵਾਰ ਦਾ ਵਾਰ ਕੀਤਾ, ਕਿਸੇ ਨੇ ਨੇਜੇ ਦਾ ਵਾਰ, ਕੱਲੇ ਸਿੱਖ ਨੂੰ ਸਾਰੇ ਕਾਇਰ ਪੈ ਗਏ ਹਨ। ਸਭ ਪਰੇ ਜਾਏ ਕਹਿ ਮਾਰ ਮਾਰ, ਸਾਰੇ ਇੱਕੋ ਵਾਰੀ ਜਾ ਕੇ ਪੈ ਗਏ ਨੇ, ਜਿਵੇਂ ਹਾਥੀਆਂ ਦਾ ਝੁੰਡ ਸ਼ੇਰ ਨੂੰ ਘੇਰ ਲਵੇ, ਬਸ ਇਸੇ ਪ੍ਰਕਾਰ ਹੀ ਹੋਇਆ। ਮਾਰ ਲੋ ਅਖੇ ਯਾਲੀ ਦੇ ਨਾਰੇ ਮਾਰ ਕੇ ਜਾ ਪਏ ਹਨ। ਘਿਰ ਗਇਓ ਵੀਰ ਇੱਕ ਸਭਨ ਮਾਹੇ, ਕੱਲਾ ਗੁਰਸਿੱਖ ਭਾਈ ਜੇਠਾ ਜੀ ਸਾਹਿਬ ਸੈਨਾਪਤ ਤੇ ਉਹਦੇ ਚੁਣਿੰਦਾ ਸੂਰਮਿਆਂ ਵਿੱਚ ਘਿਰ ਗਿਆ ਹੈ। ਮੁਖ ਸਮਸ ਸੇਤ ਬੜ ਬੈਸ ਜਾਹੇ, ਗੁਰਸਿੱਖ ਦੀ ਸ਼ਖਸੀਅਤ ਕੈਸੀ ਹੈ, ਤਾਰੀਫ ਕੈਸੀ ਹੈ ਕਿ ਗੁਰਸਿੱਖ ਭਾਈ ਜੇਠਾ ਜੀ ਸਾਹਿਬ, ਉਹਨਾਂ ਦਾ ਦਾੜਾ ਜੋ ਹੈ ਚਿੱਟਾ ਹੈ ਤੇ ਵੱਡ ਬੈਸ ਮਾਹੇ, ਵਡੇਰੀ ਉਮਰਾਂ ਦੇ ਮਾਲਕ ਨੇ ਤੇ ਕੱਲੇ ਨੇ ਤੇ ਘਿਰ ਉਹਨਾਂ ਸੂਰਮਿਆਂ 'ਚ ਗਏ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਸੁਣ ਹੀ ਲਿਆ ਹੈ। ਕੈਸੇ ਕੈਸੇ ਬਹਾਦਰ ਸਨ, ਖੁਦ ਸੈਨਾਪਤ ਉੱਪਰ ਜਾ ਕੇ ਵਾਰ ਕੀਤਾ ਤੇ ਕੁਝ ਨਾ ਕੁਝ ਤੇ ਫਿਰ ਕੁਰਬਾਨੀ ਦੇਣੀ ਪੈਣੀ ਸੀ ਨਾ, ਏਡੀ ਵੱਡੀ ਕੋਈ ਗੱਲ ਤਾਂ ਸੀਗੀ ਫਿਰ। ਤਾਂ ਇਸ ਪ੍ਰਕਾਰ ਬਜ਼ੁਰਗ ਸਨ, ਵਡੇਰੀ ਆਰਜਾ ਸੀ, ਚਿੱਟਾ ਦਾੜਾ ਸੀ, ਘਿਰ ਗਏ ਹਨ। ਸਭ ਦਿਸਨ ਝਿਟਕ ਬਾਹਤ ਪ੍ਰਹਾਰ, ਗੁਰਸਿੱਖ ਨੇ ਆਪਣਾ ਹੱਥ ਨਹੀਂ ਹਾਰਿਆ, ਆਪਣਾ ਬਲ ਨਹੀਂ ਹਾਰਿਆ। ਸੋ ਇਸ ਪ੍ਰਕਾਰ ਉਹਨਾਂ ਨੂੰ ਡਰਾ ਕੇ ਚਾਰੇ ਪਾਸੇ ਵਾਰ ਕਰਦੇ ਹਨ। ਪਹਿਲਾਂ ਇੱਕ ਦੇ ਵਾਰ ਕਰਦੇ ਨੇ, ਉਹ ਪਿੱਛੇ ਹਟ ਜਾਂਦਾ, ਦੂਜੇ ਦੇ, ਤੀਜੇ ਦੇ, ਉਹਦਾ ਰੋਕ ਕੇ ਉਹਦਾ ਰੋਕ ਕੇ ਉਹਦੇ, ਬਾਵਜੂਦ ਘੇਰਾ ਪੈਣ ਦੇ, ਬਾਵਜੂਦ ਇਕੱਲੇ ਹੋਣ ਦੇ, ਬਾਵਜੂਦ ਚਿੱਟਾ ਦਾੜਾ ਹੋਣ ਦੇ, ਬਾਵਜੂਦ ਬਿਰਧ ਹੋਣ ਦੇ, ਸਿੱਖ ਨੇ ਕਈਆਂ ਦੀ ਜਾਨ ਲਈ ਹੈ। ਇੱਕ ਮੁਗਲ ਕੰਦ ਕਰਵਾਰ ਝਾਰ, ਇੱਕ ਮੁਗਲ ਸੀ ਕਾਇਰ, ਉਹਨੇ ਆਣ ਕੇ ਸਿੱਖ ਦੇ ਪਿੱਠ ਵਾਲੇ ਪਾਸਿਓਂ ਮੋਢੇ ਤੇ ਵਾਰ ਕੀਤਾ ਹੈ। ਤਰੇ ਗੇਰ ਕਰ ਕੋਪ ਸਾਥ, ਗੁਰਸਿੱਖ ਭਾਈ ਜੇਠਾ ਜੀ ਸਾਹਿਬ ਘੋੜੇ ਤੋਂ ਥੱਲੇ ਡਿੱਗ ਗਏ ਹਨ। ਹੁਣ ਦੁਤੀਏ ਦਿਸ਼ਾ ਹੋਏ ਖੜਗ ਹੱਥ, ਤੇ ਫਿਰ ਦੂਸਰੇ ਪਾਸੇ ਹੋ ਕੇ ਹੱਥ ਵਿੱਚ ਤਲਵਾਰ ਲੈ ਕੇ ਝਜਕਾਏ ਸਭਨ ਇੱਕ ਕੈ ਪ੍ਰਹਾਰ, ਸਭ ਨੂੰ ਝਜਕਾ ਕੇ ਡਰਾ ਕੇ ਇੱਕ ਦੇ ਵਾਰ ਕਰਦੇ, ਦੂਜੇ ਦੇ ਰੋਕ ਲੈਂਦੇ ਹਨ। ਚਹੋਂ ਦਿਸ਼ਾ ਮੁਗਲ ਢੂਕੇ ਪ੍ਰਕਾਰ, ਜਿਹੜੇ ਤੁਰਕੜੇ ਹਨ ਤੇ ਮੁਗਲ ਹਨ, ਚਾਰ ਦਿਸ਼ਾਵਾਂ ਤੋਂ ਢੁੱਕ ਪਏ ਹਨ ਤੇ ਪੁਕਾਰ ਕੇ ਲਲਕਾਰ ਕੇ ਕਹਿੰਦੇ, ਖਾਨਜ਼ਾਦਿਓ ਕਿ ਇੱਕ ਹੀ ਨਹੀਂ ਤੁਹਾਡੇ ਕੋਲ ਕਾਫਰ ਸੰਭਿਆ ਜਾਂਦਾ, ਤੁਸਾਂ ਨੇ ਕੀ ਜੂਝਣਾ ਹੈ, ਆਜੋ ਸਾਹਮਣੇ ਅਖੇ। ਇਸ ਤਰ੍ਹਾਂ ਕਹਿ ਕੇ ਪ੍ਰੇਰ ਕੇ ਘੇਰਾ ਪਾਇਆ ਹੈ। ਪਰ ਵੇਖ ਜਤ ਸਤ ਸੁਰ ਪਾਏ, ਕਹਿੰਦੇ ਨੇ ਜਿਵੇਂ ਮੰਨ ਲਓ ਅੱਜ ਕੱਲ ਦੇ ਦਿਨਾਂ ਵਿੱਚ
ਚੰਦਰਮਾ ਜਾਂ ਸੂਰਜ ਨੂੰ ਘੇਰਾ ਪਾ ਲਿਆ ਹੋਵੇ। ਤਿਨ ਕਾਰਜ ਬੀਚ ਸਭ ਮਹਿ ਇਸ ਤਰ੍ਹਾਂ ਸੁਹਾਏ। ਗੁਰਸਿੱਖ ਭਾਈ ਜੇਠਾ ਜੀ ਸਾਹਿਬ ਸਾਰਿਆਂ ਦੇ ਵਿੱਚ ਘੇਰੇ ਗਏ ਨੇ ਤੇ ਬੜੇ ਸ਼ੋਭਦੇ ਹਨ। ਜਿਵੇਂ ਕਾਲੇ ਅਸਮਾਨ ਵਿੱਚ ਚਿੱਟਾ ਚੰਦਰਮਾ ਤਾਰਿਆਂ ਵਿੱਚ ਸ਼ੋਭਦਾ ਹੈ ਨਾ। ਤਾਰੇ ਭਾਵੇਂ ਜਿੰਨੇ ਮਰਜੀ ਮਹਾਨ ਹੋਣ ਪਰ ਚੰਦਰਮਾ ਦੇ ਕੱਦ ਦੇ ਸਾਹਮਣੇ ਉਹ ਬੌਣੇ ਹਨ। ਤਾਰਿਆਂ ਵੱਲ ਕੌਣ ਝਾਕਦਾ ਭਾਈ? ਲੋਕ ਤਾਂ ਚੰਦਰਮਾ ਵੱਲ ਦੇਖਦੇ ਹਨ। ਇਸ ਪ੍ਰਕਾਰ ਇਹਨਾਂ ਤੁਰਕਣਿਆਂ ਵੱਲ ਕੌਣ ਝਾਕੇ? ਲੋਕ ਤਾਂ ਗੁਰਸਿੱਖ ਦੀ ਆਭਾ ਤੇ ਸ਼ੋਭਾ ਤੱਕਦੇ ਹਨ। ਬਹੁ ਕਰਤ ਸਿਗਰਤਾ ਨਿਜ ਇਸ ਬਚਾਏ। ਪ੍ਰਕਾਰ ਬੜੀ ਸ਼ੀਘਰਤਾ ਕਰਕੇ ਆਪਣੇ ਆਪ ਦਾ ਬਚਾਵ ਕਰਕੇ ਉਤ ਫਿਰੰਤ ਸਤਰੂ ਨ ਇੱਧਰ ਉੱਧਰ ਕਾਏ। ਫਿਰਦੇ ਨੇ, ਚਫੇਰੇ ਵਾਰ ਕਰਦੇ ਨੇ, ਉਹਨਾਂ ਨੂੰ ਜ਼ਖਮ ਪਹੁੰਚਾਉਂਦੇ ਹਨ। ਇੱਕ ਅਲੀ ਬੇਗ ਤੋਂ ਮਰ ਉਬਾਰ। ਕਹਿੰਦੇ ਇੱਕ ਅਲੀ ਬੇਗ ਨਾਮ ਦਾ ਸੂਰਮਾ ਸੀ, ਉਹਨੇ ਇੱਕ ਤੋਮਰ ਬਰਛਾ ਜੋ ਹੈ ਉਭਾਰਿਆ ਤਾਂ ਉਠਾਇਆ ਹੈ। ਹੋਏ ਬਾਮ ਦਿਸਾ ਕੀਨੋ ਪ੍ਰਹਾਰ। ਤੇ ਉਹ ਬਰਛਾ ਲੈ ਕੇ ਖੱਬੇ ਪਾਸੇ ਆਏ ਹਨ। ਲਗ ਗਇਓ ਬਬਰ ਫੋਰਿਓ ਵਿਸਾਲ। ਤੇ ਉਹ ਬੱਬਰੀਆਂ, ਪੰਜਾਬੀ ਦਾ ਸ਼ਬਦ ਹੈ ਬੱਬਰ, ਬੱਬਰੀਆਂ, ਉਹ ਪਸਲੀਆਂ ਵਾਲਾ ਪਾਸਾ, ਉਸ ਪਾਸੇ ਬਰਛੇ ਦਾ ਵਾਰ ਹੋਇਆ। ਹੁਣ ਚਲਿਓ ਕਾਢ ਕਰ ਮਨੋ ਮਾਰ। ਤੇ ਕਹਿੰਦੇ ਇਸ ਪ੍ਰਕਾਰ ਉਹ ਬਰਛਾ ਕੱਢ ਕੇ ਤੇ ਅੱਗੇ ਨੂੰ ਲੰਘ ਗਿਆ। ਉਹਨੇ ਸੋਚਿਆ ਵੀ ਸ਼ਾਇਦ ਸਿੱਖ ਜਿਹੜਾ ਹੈ ਮਰ ਚੁੱਕਿਆ, ਸ਼ਹੀਦ ਹੋ ਚੁੱਕਿਆ ਹੈ। ਬਹੁ ਕ੍ਰੋਧ ਰਿਦੇ ਨ ਘਾਵ ਜਾਨ। ਪਰ ਗੁਰਸਿੱਖ ਦਾ ਹੱਠ ਦੇਖੋ ਖਾਲਸਾ ਜੀ, ਗੁਰੂ ਤਾਣ ਦੇਣ ਵਾਲਾ, ਗੁਰੂ ਸ਼ਕਤੀ ਦੇਣ ਵਾਲਾ। ਇਹ ਇਕੱਲੇ ਹਨ, ਬਜ਼ੁਰਗ ਹਨ, ਬਿਰਧ ਦਾੜਾ ਹੈ, ਬਾਵਜੂਦ ਇਹਦੇ ਘਿਰ ਗਏ ਨੇ, ਤਲਵਾਰਾਂ ਦੇ ਵਾਰ ਨੇ, ਮੋਢੇ ਤੇ ਤਲਵਾਰ ਦਾ ਵਾਰ ਹੈ, ਬਰਛਾ ਲੱਗਿਆ ਹੋਇਆ ਤੇ ਬਰਛਾ ਕੱਢ ਕੇ ਵੀ ਲੈ ਗਿਆ ਤੁਰਕੜਾ ਅਲੀ ਬੇਗ। ਪਰ ਜ਼ਖਮਾਂ ਦੀ ਪਰਵਾਹ ਹੀ ਨਹੀਂ ਕਰਦੇ ਹਨ ਗੁਰਸਿੱਖ। ਉਹਨਾਂ ਦੇ ਵਾਸਤੇ ਜ਼ਖਮ ਕੀ ਹੈ? ਉਹ ਤਾਂ ਬਦੇ ਹਨ, ਦੇ ਮੁਕਤ ਹਨ। ਤਹ ਕੈਲ ਹੋਏ ਕਰ ਹੱਥ ਕਿਰਪਾਨ। ਕਹਿੰਦੇ ਇਸ ਪ੍ਰਕਾਰ ਗੁਰੂ ਕੇ ਗੁਰਸਿੱਖ ਸਨੱਧਬੱਧ ਹੋ ਕੇ ਉਸ ਤੁਰਕੜੇ ਦੇ ਪਿੱਛੇ ਹੋ ਕੇ ਤੇ ਉਹਦੇ ਤਲਵਾਰ ਮਾਰੀ ਹੈ। ਸੋ ਲਿਓ ਗੇਰ ਕਰ ਪ੍ਰਾਨ ਨਾਸ। ਕਹਿੰਦੇ ਉਹਨੂੰ ਤੇ ਸੁੱਟ ਲਿਆ, ਜਿਹੜਾ ਪਿੱਠ ਤੇ ਵਾਰ ਕਰਕੇ ਗਿਆ ਸੀ, ਉਹਨੂੰ ਤਾਂ ਧਰਤੀ ਤੇ ਲੇਰ ਦਿੱਤਾ ਹੈ। ਬਹੁ ਤੁਰਕ ਆਨ ਕਰ ਢੁਕੇ ਪਾਸ। ਜਦੋਂ ਉਹਨੂੰ ਮਾਰਿਆ, ਤੁਰਕਾਂ ਨੇ ਜਾਣਿਆ ਕਿ ਅਜੇ ਵੀ ਨਹੀਂ ਮਰਿਆ, ਇਹ ਮਰਦਾ ਮਰਦਾ ਕਈਆਂ ਨੂੰ ਮਾਰ ਗਿਆ। ਇਸ ਤਰ੍ਹਾਂ ਜਾਣ ਕੇ ਉਹਨਾਂ ਨੇ ਬਹੁਤ ਵੱਡਾ ਭਾਰੀ ਹੋਰ ਘੇਰਾ ਪਾਇਆ ਹੈ। ਤਿਨ ਕੇ ਪ੍ਰਹਾਰ ਬਹੁ ਖਾਏ ਖਾਏ। ਗੁਰੂ ਕੇ ਗੁਰਸਿੱਖ ਭਾਈ ਜੇਠਾ ਜੀ ਸਾਹਿਬ ਉਹਨਾਂ ਤੁਰਕਾਂ ਦੇ ਪ੍ਰਹਾਰ ਵਾਰ ਨੂੰ ਖਾ ਖਾ ਕੇ ਝੱਲ ਕੇ ਪਹੁੰਚ ਪਹੁੰਚ ਰਿਪ ਕਾਏ ਕਾਏ। ਦੁਸ਼ਮਣਾਂ ਦੇ ਕੋਲ ਪਹੁੰਚ ਪਹੁੰਚ ਕੇ ਇੱਕ ਇੱਕ ਪੈਰ ਅੱਗੇ ਨੂੰ ਵਧਾ ਕੇ ਜ਼ਖਮ ਕਰਦੇ ਨੇ ਤੇ ਜ਼ਖਮ ਖਾਂਦੇ ਹਨ। ਤਬ ਕਿਰਿਓ ਆਪ ਬਹੁ ਰਿਪ ਨ ਮਾਰ। ਇਸ ਤਰ੍ਹਾਂ ਬਹੁਤੇ ਦੁਸ਼ਮਣਾਂ ਨੂੰ ਮਾਰ ਕੇ ਗੁਰੂ ਕੇ ਗੁਰਸਿੱਖ ਭਾਈ ਜੇਠਾ ਜੀ ਸਾਹਿਬ ਮੈਦਾਨੇ ਜੰਗ ਵਿੱਚ ਡਿੱਗ ਗਏ ਹਨ, ਭਾਵ ਸ਼ਹੀਦ ਹੋ ਗਏ ਹਨ। ਚੜ੍ਹਦਾ ਬਿਮਾਨ ਬੜ ਮੋਦੀ ਧਾਰ। ਸੰਗਤ ਜੀ, ਦੋ ਤਰ੍ਹਾਂ ਦੇ ਦੂਤਾਂ ਦਾ ਜ਼ਿਕਰ ਆਉਂਦਾ ਹੈ। ਇੱਕ ਜਮਦੂਤ, ਦੂਸਰੇ ਦੇਵਦੂਤ ਹੁੰਦੇ ਹਨ। ਮਨਮੁੱਖਾਂ ਨੂੰ ਜਮਦੂਤ ਲੈਣ ਵਾਸਤੇ ਆਉਂਦੇ ਨੇ, ਗੁਰਮੁਖਾਂ ਨੂੰ ਦੇਵਦੂਤ, ਸ਼ਹੀਦ ਸਿੰਘ ਬਾਅਦਬ ਸਤਕਾਰ ਦੇ ਸਹਿਤ ਸਾਧ ਸੰਗਤ ਜੀ ਲੈਣ ਵਾਸਤੇ ਆਉਂਦੇ ਨੇ। ਉਦਾਹਰਨ ਦਿੰਦੇ ਨੇ ਕਰਨੀ ਵਾਲੇ ਗੁਰਮੁਖ ਉਸਤਾਦ ਮਹਾਂਪੁਰਖ। ਤੁਸੀਂ ਸ਼ਾਇਦ ਕਦੇ ਦੇਖਿਆ ਹੋਵੇ, ਪ੍ਰਕਿਰਤੀ ਦੀ ਗੋਦ ਵਿੱਚ ਇੱਕ ਜਾਨਵਰ ਹੈ, ਪਸ਼ੂ ਹੈ, ਅਸੀਂ ਉਹਨੂੰ ਕਹਿੰਦੇ ਆ ਬਿੱਲੀ। ਪਸ਼ੂ ਦੀ ਇੱਕ ਜਾਤੀ ਹੈ ਉਹ। ਬਿੱਲੀ ਦਾ ਜਿਹੜਾ ਬੱਚਾ, ਉਹਨੂੰ ਪੰਜਾਬ ਦੇ ਵਿੱਚ ਕਹਿੰਦੇ ਬਲੂੰਗੜਾ। ਜਦੋਂ ਉਹ ਬੱਚਾ ਜਨਮ ਲੈਂਦਾ, ਉਹਦੇ ਵੈਸੇ ਕਈ ਬੱਚੇ ਹੁੰਦੇ ਨੇ, 4 ਵੀ ਹੋ ਸਕਦੇ, ਵੱਧ ਘੱਟ ਵੀ। ਉਹ ਆਪਣੇ ਬੱਚਿਆਂ ਨੂੰ 7 ਘਰ ਫਰਾਉਂਦੀ ਹੈ। 7 ਘਰ ਫਰਾਉਣ ਤੋਂ ਬਾਅਦ ਉਹਦੀਆਂ ਅੱਖਾਂ ਖੁੱਲ੍ਹਦੀਆਂ ਹਨ। ਕੂਕਰ ਦੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਕਈ ਦਿਨ ਬਾਅਦ ਖੁੱਲ੍ਹਦੀਆਂ ਨੇ। ਤੇ ਬਿੱਲੀ ਦੇ ਬੱਚੇ ਦੀਆਂ 7 ਘਰ ਫੇਰਨ ਤੋਂ ਬਾਅਦ ਉਹਦੀਆਂ ਅੱਖਾਂ ਖੁੱਲ੍ਹਦੀਆਂ ਨੇ। ਕਦੀ ਤੁਸੀਂ ਸ਼ਾਇਦ ਇਹ ਨਜ਼ਾਰਾ ਦੇਖਿਆ ਹੋਵੇ, ਪਿੰਡਾਂ 'ਚੋਂ ਆਏ ਲੋਕਾਂ ਨੂੰ ਪਤਾ ਹੋਵੇਗਾ। ਉਹ ਜਦੋਂ ਬੱਚੇ ਨੂੰ ਚੁੱਕ ਕੇ ਲਿਜਾਂਦੀ, ਉਹਦਾ ਬਲੂੰਗੜਾ ਬਹੁਤ ਛੋਟਾ ਹੁੰਦਾ, ਬਿੱਲੀ ਦਾ ਬੱਚਾ। ਸਧਾਰਨ ਬੰਦਾ ਸੋਚਦਾ ਹੋਵੇਗਾ ਵੀ ਸ਼ਾਇਦ ਇਹਦਾ ਕੋਈ ਸ਼ਿਕਾਰ ਹੈ, ਕੋਈ ਚੂਹਾ ਹੈ, ਕੋਈ ਹੋਰ ਜਾਨਵਰ ਹੈ, ਤੇ ਉਹ ਮਗਰ ਉਹਦੇ ਲਟਕ ਰਿਹਾ ਹੁੰਦਾ ਹੈ। ਸੇਮ ਉਹੋ ਹੀ ਦੰਦਾਂ ਦੇ ਨਾਲ ਆਪਣੇ ਬੱਚੇ ਨੂੰ ਲਿਜਾਂਦੀ ਹੈ, ਤੇ ਸੇਮ ਉਹੋ ਹੀ ਦੰਦਾਂ ਦੇ ਨਾਲ ਚੂਹੇ ਨੂੰ ਲਿਜਾਂਦੀ। ਦੰਦ ਉਹੋ ਨੇ, ਪਰ ਚੁੱਕਣ ਲਿਜਾਣ ਵਿੱਚ ਵੱਡਾ ਭਾਰੀ ਫਾਸਲਾ ਹੈ। ਦੰਦ ਉਹੋ ਨੇ। ਮੌਤ ਮਨਮੁੱਖਾਂ ਨੂੰ ਵੀ ਆਉਂਦੀ ਹੈ ਤੇ ਮੌਤ ਗੁਰਮੁੱਖਾਂ ਨੂੰ ਵੀ ਆਉਂਦੀ ਹੈ, ਪਰ ਫਾਸਲਾ ਘੱਟੋ ਘੱਟ ਦਿਨ ਰਾਤ ਦਾ ਹੈ, ਬਿਸ਼ਤ ਦੋਚਕ ਦਾ ਹੈ, ਨਰਕ ਸਵਰਗ ਦਾ ਹੈ, ਚਾਨਣ ਅੰਧੇਰੇ ਦਾ, ਮੱਸਿਆ ਤੇ ਪੂਰਨਮਾਸੀ ਦਾ ਫਾਸਲਾ ਹੈ ਘੱਟੋ ਘੱਟ। ਮੌਤ ਗੁਰਮੁਖਾਂ ਨੂੰ ਵੀ ਆਉਂਦੀ ਹੈ ਬੇਸ਼ੱਕ, ਪਰ ਉਹਨਾਂ ਦਾ ਜਾਣਾ, ਉਹ ਜਾਂਦੇ ਕਿਵੇਂ
महाराज ने बाणी च आख्या, चलिया पास्यों जन्म सवार वाजा वाए सी, मानस क्या विचारा ते लोक सुनाए सी, नानक आप निहाल सब कुल तार सी। वो वाजियां दे समेत, जिवें कहंदे तू उठेगा कि वाजे वजाइए, आखे मतलब सत्कार करिए तेरा, तो वो वाजियां दे सहित जिवें किसी दी जन जांदी होवे सन्मान दे सहित, राजे महाराजे जाते हुण वाजियां दे सहित, इस प्रकार वो वाजियां दे सहित विमान उपर चढ़ के साध संगत जी गुरपुरी नूं जांदे ने, ते जमदूत उन्हां नूं भेटा दे के मिलते हैं। जिवें अजकल की उदाहरण असीं टोल पलोजियां ते लंघदे हां, सधारण बंदे नूं ते टैक्स देना पैंदा, दमड़े देने पैंदे हैं, ते जे कोई गौरमेंट का अधिकारी होवे बकायदा उन्होंने सन्मान भी दिता जाता है, खड़े हुए अधिकारी सिर भी झुकाउंदे हैं। तो लंघते दोनों व्यक्ति ने, पर बड़ा वड्डा भारी फासला है। जमदूत जेड़े ने मनमुखां नूं सजावां देंदे ने, इहदे मुकाबले गुरमुखां की बाबत लिखिया, जमकाल मिले दे भेट, कैसा सुंदर बचन, जमकाल मिले दे भेट सेवक नित होई। जमकाल भेटा दे के मिलदे, क्या हो महाराज, नाम ध्यान साजना जन्म पदार्थ जीत, नानक धर्म ऐसे चवे, धर्म भाव धर्म राजा इउं कहंदा कि आओ महाराज कीतो भवन पुनीत, तुसां ने ते साडा घर ही पवित्र कर छड्डिया, इत्थे चरण पा के धर्म राजा भी उन्हां दा सत्कार करदा है। इस प्रकार गुरु के गुरसिख और शहीद दी ते साध संगत जी बहुत वड्डी वडियाई। जिस जगह ते शहीदां दा सथल होवे, शहीदां दे वारसो, उत्थे जोतां जरूर जगाओ। शहीदां दियां कदी जोतां नहीं बुझणियां चाहीदियां हन। मता किसी तर्कवादी दे कहण दे भी ये जोतां ने जी, अखे ये दीवे ने जी, ये ब्राह्मणवाद है जी, कर्मकांड है। इत्थे कोई गुरमुख आए सन 19 विच, कोई विद्वान सन रब दे प्यारे, तो इस मसले उपर बड़ी लंबी चौड़ी उन्हां दे नाल विचार रिकॉर्ड भी कीती उन्हां ने, फिर उन्होंने पाई भी, पर वो लाउणी पई उन्होंने, फिर लाई सी उन्होंने। तो इस प्रकार उन्होंने भी बड़े इत्थे सवाल किए सन, महाराज की आरती की बाबत, दीवियां की बाबत, जोतां की हैरानगी की गल। असी इत्थे घट्टो घट्ट 5-7 शरीर करीबन 1-2 घंटिया मैं नोट करदा, दिन में पता नहीं किन्ने क आउंदे होणगे, जिन्ना क समा असी इत्थे ड्यूटी ते रहिंदे आ। किन्नियां मातावां बीबियां धीआं 10वें पातशाह दी लाडो राणियां घरां विच दुੱਧ संभाल के, मक्खण उबाल के जोत वास्ते घ्यो लैके आउंदियां ने कि गुर 10वें पातशाह महाराज की जोत में असां ने घ्यो पाउणा। निक्कियां निक्कियां डब्बियां लोहे दियां संभाल के, ते पता नहीं किन्ने किन्ने थैलियां विच पैक करके वो सन्मान दे नाल संभाल के भी गुरु दे वास्ते सौगात हाजिर कीती। एक बचन वेख्या 2018 विच, जदों आ हिटलर दे नाल फ्रांसी फौजां दा युद्ध होया, विश्व युद्ध होया हिटलर दे नाल, उत्थे जिहड़ी फ्रेंच फौज सी वो हिटलर दे विरुद्ध विच लड़ी। कदे उधर जाण दा अवसर बने ते उत्थे एक चरस्ता बनिया होया, जदों असीं वो पैरिस टावर वेखण वास्ते जाने आ ते उत्थे शहीदां दा स्मारक बनिया होया, सथल बनिया होया। मैं नेत्रां नाल तक्किया ते हैरान होया, साध संगत जीओ उत्थे भी अपने शहीदां दी याद विच जोत जगाउंदे ने जिहड़े फ्रेंच लोक ने। हैरानगी की गल, फ्रेंच का एक भी शब्द, एक अल्फाज, एक भी वर्ड जिहड़ा है वो हिंदुआं दे नाल मेल नहीं खाता। खान पीन पहरान वखरा, जिंदगी जीवन का अंदाज वखरा उन्हां दा, ना सभ्यता रले ना भाषा रले। हुण उन्हां फ्रांसीआं नूं कोई कहे भी ये भी RSS वाले हो गए, ये भी हिंदुआं वाले हो गए, भी ये दीवे जगाउंदे जोतां जगाउंदे, उत्थे जोत जगदी मैं अखीं वेखी। जोत तो कैमीकल दी है, कैमीकल दी घ्यो दी नहीं, कैमीकल दी जोत है। तो साल बाद जदों उन्हां दे शहीदां दा दिहाड़ा आउंदा ते वो फ्रांस का जो भी विशेष होवेगा, राष्ट्रपति जां जो भी प्रधानमंत्री, जो उत्थों दी परंपरा है मैनूं नहीं पता, वो व्यक्ति विशेष जो है उस जोत नूं साफ करदा ते साफ करके दोबारा जगांदा। साल भर वो जोत जगदी है कैमीकल दे नाल। मैं बकायदा पुछया भी सी, सिंह सानू फ्रेंच भाषा जानन वाले जिहड़े सानू उत्थे घुमाउण लगाए सन, तो वो कैमीकल दी उत्थे जोत जगदी है। ये शहीदां ने साध संगत जी अपना खून पा के जोत जगाया, असीं नकम्मा घ्यो भी नहीं पा सकते, सानू वो भी चुभदा है। नाले जोत जिहड़ी है ये साध संगत जी प्रकाश का इशारा है, तो प्रकाश जो है ये परमात्मा का इशारा है, ये उपर किसी का कोई दावा नहीं है। तो
ਤੇ ਜਿੱਥੇ ਸ਼ਹੀਦਾਂ ਦੇ ਸਥਲ ਹੋਣਗੇ ਸਾਧ ਸੰਗਤ ਜੀ ਉੱਥੇ ਕਿਸੇ ਦੀ ਪਹੁੰਚ ਨਹੀਂ। ਆ ਜੰਤਰ ਮੰਤਰ ਟੂਣੇ ਟੰਮਣ ਇਹਨਾਂ ਦੀ ਕੀ ਔਕਾਤ ਹੈ? ਸ਼ਹੀਦਾਂ ਦਾ ਜਿਹੜਾ ਕੋਈ ਜਾ ਕੇ ਸੇਵਾ ਕਰੇ, ਝਾੜੂ ਮਾਰੇ, ਸ਼ਹੀਦਾਂ ਦੇ ਮਗਰ ਉਹਨਾਂ ਦੇ ਪੈਰੋਕਾਰ ਬਣ ਕੇ ਉਹਨਾਂ ਦੇ ਪਾਏ ਹੋਏ ਨਕਸ਼ੇ ਕਦਮਾਂ 'ਤੇ ਚੱਲੇ, ਦੁਨੀਆ ਦੀ ਕੋਈ ਸ਼ਕਤੀ ਹਸਤੀ ਉਹਦੇ ਨੇੜੇ ਨਹੀਂ ਆ ਸਕਦੀ। ਪੰਥ ਵਿੱਚ ਸਾਧ ਸੰਗਤ ਜੀ ਸ਼ਹੀਦਾਂ ਦੀ ਵਡਿਆਈ। ਮਾਫ ਕਰਨਾ, ਅਸੀਂ ਉਹਨਾਂ ਗੁਰੂ ਸਪੁੱਤਰਾਂ ਨੂੰ ਪੂਜਦੇ ਜਾਣਦੇ ਹਾਂ ਜਿਹੜੇ ਪੰਥ ਲਈ ਸ਼ਹੀਦ ਹੋਏ ਨੇ। ਇੱਥੇ ਸ਼ਹੀਦਾਂ ਦੀ ਗੱਲ ਹੀ ਸ਼ਹੀਦਾਂ ਦੀ ਹੈ। ਅਸੀਂ ਤੇ ਅਰਦਾਸ ਵੀ ਕਰਦੇ ਹਾਂ ਤੇ ਸਾਧ ਸੰਗਤ ਜੀ ਸ਼ਹੀਦਾਂ ਦਾ ਵਾਸਤਾ ਪਾ ਕੇ ਕਰਦੇ ਹਾਂ। ਸਾਡੀ ਕੌਮ ਜਿੰਦੀ ਸ਼ਹੀਦਾਂ ਦੇ ਆਸਰੇ ਹੈ। ਇਹ ਕੋਈ ਪ੍ਰਚਾਰਕ ਪ੍ਰਚੂਰਕ ਦੂਜੇ ਤੀਜੇ ਸਾਡੇ ਵਰਗੇ ਕਥਾਕੜ, ਇਹ ਕੋਈ ਸਾਡੇ ਮੋਢਿਆਂ ਤੇ ਪੰਥ ਦਾ ਭਾਰ ਨਹੀਂ ਹੈ। ਇਹ ਕੌਮ ਤੇ ਸ਼ਹੀਦਾਂ ਦੇ ਆਸਰੇ। ਜਦੋਂ ਇਸ ਕੌਮ ਵਿੱਚੋਂ ਸ਼ਹੀਦੀ ਦੀ ਪਰੰਪਰਾ ਖਤਮ ਹੋ ਗਈ, ਇਹਨੂੰ ਮਾਰਨ ਦੀ ਲੋੜ ਨਹੀਂ। ਤੇ ਜਦੋਂ ਤੱਕ ਇਸ ਕੌਮ ਵਿੱਚ ਸ਼ਹੀਦ ਪੈਦਾ ਹੁੰਦੇ ਰਹਿੰਦੇ ਨੇ, ਦੁਨੀਆ ਦੀ ਕੋਈ ਤਾਕਤ ਇਸ ਕੌਮ ਨੂੰ ਖਤਮ ਨਹੀਂ ਕਰ ਸਕਦੀ। ਇਹ ਸਿਰਫ ਤੇ ਸਿਰਫ ਸ਼ਹੀਦਾਂ ਦੇ ਆਸਰੇ ਜਿਹੜੀ ਕੌਮ ਆ ਉਹ ਜਿੰਦੀ ਹੈ। ਸ਼ਹੀਦ ਦੀ ਮੌਤ ਕੌਮ ਦੀ ਹਯਾਤ ਆ, ਕੌਮ ਦੀ ਜ਼ਿੰਦਗੀ ਹੈ। ਇਸ ਪ੍ਰਕਾਰ ਇਹ ਸ਼ਹੀਦਾਂ ਦੀ ਬਹੁਤ ਵੱਡੀ ਮਹਿਮਾ ਮਹੱਤਤਾ ਗੁਰੂ ਘਰ ਦੇ ਵਿੱਚ। 10ਵੇਂ ਪਾਤਸ਼ਾਹ ਮਹਾਰਾਜ ਨੇ ਚਮਕੌਰ ਆਖਿਆ ਸੀ ਵੀ ਜਿਹੜੀ ਪਦਵੀ ਨੂੰ ਪਾਉਣ ਲਈ ਜੋਗੀਸ਼ਵਰ ਤਪੀਸ਼ਵਰ ਮੁਨੀਸ਼ਵਰ ਸੈਂਕੜੇ ਸਾਲਾਂ ਦੀ ਤਪਸਾ ਕਰਦੇ ਨੇ ਤੇ ਪਦ ਨਹੀਂ ਮਿਲਦਾ, ਉਹ ਪਦਵੀ ਛਿਨ ਮਾਤਰ ਸਮੇਂ ਵਿੱਚ ਮਿਲੇਗੀ ਜੇ ਤੁਸੀਂ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਓਗੇ। ਸ਼ਹੀਦ ਹੋਣ ਦੀ ਇੰਨੀ ਵੱਡੀ ਮਹੱਤਤਾ ਹੈ ਛਿਨ ਮਾਤਰ ਸਮੇਂ ਵਿੱਚ। ਇਸ ਕਰਕੇ ਗੁਰੂ ਕਾ ਗੁਰਸਿੱਖ ਜਿਹੜਾ ਪੰਥ ਵਿੱਚ ਪ੍ਰਵੇਸ਼ ਕਰਾਇਆ ਜਾਂਦਾ, ਬਕਾਇਦਾ ਪੁੱਛਿਆ ਜਾਂਦਾ ਵੀ ਤੂੰ ਸ਼ਹੀਦ ਹੋਣ ਲਈ ਤਿਆਰ ਆ? ਲੋੜ ਪੈਣ ਤੇ ਕੌਮ ਨੂੰ ਸਿਰ ਦੇਵੇਂਗਾ? ਜੇ ਤੇ ਸਿਰ ਦੇਵੇਂਗਾ ਤੇ ਅੰਮ੍ਰਿਤ ਸ਼ਕਲਾਂ ਦੇ ਦਰਵਾਜ਼ਾ ਖੁੱਲਾ, ਮੱਥਾ ਟੇਕ ਕੇ ਬਾਹਰ ਚੱਲ ਜਾ। ਇਹ ਤੇ ਕੌਮ ਹੀ ਸ਼ਹੀਦਾਂ ਦੀ ਹੈ। ਇੱਥੇ ਤੇ ਲੋੜ ਮਰਦਾਂ ਦੀ ਮੁਰਦਿਆਂ ਦੀ ਕੋਈ ਲੋੜ ਨਹੀਂ। ਪਾਣੀ ਮੁਰਦਿਆਂ ਨੂੰ ਨਹੀਂ ਜੇ ਸਵੀਕਾਰਦਾ। ਮੁਰਦਾ ਸਰੀਰ ਪਾਣੀ ਉੱਪਰ ਤੈਰਦੇ ਨੇ। ਕੋਈ ਆਦਮੀ ਪਾਣੀ 'ਚ ਡੁੱਬ ਕੇ ਮਰ ਜੇ ਤੇ ਲਾਸ਼ ਉੱਤੇ ਆ ਜਾਂਦੀ ਉਹਦੀ। ਜਿਨ੍ਹਾਂ ਨੇ ਕਿਸੇ ਨੂੰ ਡੁਬੋਣਾ ਹੁੰਦਾ ਪੱਥਰ ਬੰਨ੍ਹ ਕੇ ਡੁਬੋਂਦੇ ਨੇ, ਭਾਵੇਂ ਜਿੰਦਾ ਹੋਵੇ ਭਾਵੇਂ ਮੁਰਦਾ। ਮਰਿਆ ਸਰੀਰ ਪਾਣੀ ਦੇ ਉੱਪਰ ਤੈਰਦਾ ਜੇ, ਭਾਵੇਂ ਮਨੁੱਖੀ ਸਰੀਰ ਹੋਵੇ ਤੇ ਭਾਵੇਂ ਮੱਛੀਆਂ ਹੋਣ। ਜਿਨ੍ਹਾਂ ਨੇ ਕਦੀ ਵੇਖਿਆ ਉਹਨਾਂ ਨੂੰ ਪਤਾ ਹੋਵੇ। ਕੋਈ ਜਾਨਵਰ ਵੀ ਮਰ ਜਾਵੇ ਤੇ ਪਾਣੀ ਦੇ ਉੱਪਰ ਤੈਰਨ ਲੱਗ ਜਾਂਦਾ। ਪਾਣੀ ਔਰ ਪਰਮਾਤਮਾ ਮੁਰਦਿਆਂ ਨੂੰ ਨਹੀਂ ਜੇ ਸਵੀਕਾਰਦਾ, ਮਰਦਾਂ ਨੂੰ ਸਵੀਕਾਰਦਾ। ਜਿੰਦਾ ਬੰਦਾ ਪਾਣੀ 'ਚ ਡੁੱਬਦਾ, ਜੇ ਹੱਥ ਨਾ ਮਾਰੇ ਤੇ ਮਰੇ ਨੂੰ ਹੱਥ ਕੀ ਮਾਰਨਾ, ਆਪੇ ਪਾਣੀ ਉਹਨੂੰ ਕਹਿੰਦਾ ਦਫਾ ਹੋ ਤੂੰ ਕੰਢੇ ਚੱਲ, ਮੈਨੂੰ ਤੇਰੀ ਲੋੜ ਨਹੀਂ ਹੈ। ਤਾਂ ਇਸ ਪ੍ਰਕਾਰ ਗੁਰੂ ਘਰ ਵਿੱਚ ਸ਼ਹੀਦਾਂ ਦੀ ਲੋੜ ਹੈ। 10ਵੇਂ ਪਾਤਸ਼ਾਹ ਮਾਨ ਨੇ ਖੁਦ ਸ਼ਹੀਦੀ ਦੀ ਦਾਤ ਮੰਗੀ। ਹੇ ਰਬ ਹੇ ਸਸ ਹੇ ਕਰਨਾ ਨਿਤ ਮੇਰੀ ਅਬੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤਾ ਹੂੰ ਤੁਮ ਤੇ ਕਾ ਚਾਹਤ ਹੂੰ ਚਿਤ ਮੈਂ ਸੋਈ ਕੀਜੈ, ਸ਼ਸਤਰਨ ਸਿਉ ਹਥੀ ਰਣ ਭੀਤਰ ਜੂਝ ਮਰਾਂ ਤੋ ਸਾਚ ਪਚੀਤ। ਮੇਰੀ ਮਨ ਦੀ ਚਿੱਤ ਦੀ ਇੱਛਾ ਕਿ ਮੈਂ ਸ਼ਹੀਦ ਹੋ ਕੇ ਮਰਾਂ। ਸ਼ਹੀਦੀ ਲਈ ਤਿਆਰ ਰਿਹਾ ਕਰੋ ਹਰ ਸਮੇਂ। ਇਹ ਜਿਹੜੀ ਪੱਗ ਬੰਨੀ ਹੈ ਕੋਈ ਪੱਗ ਨਹੀਂ, ਇਹ ਖੱਫਣ ਬੰਨ੍ਹ ਕੇ ਅਸੀਂ ਸਿਰ ਤੇ ਤੁਰੇ ਫਿਰਦੇ ਹਾਂ। ਜਿਹਨੇ ਅੰਮ੍ਰਿਤ ਛਕ ਲਿਆ ਉਹ ਸ਼ਹੀਦ ਹੀ ਆ। ਮਾਂ ਨੂੰ ਪੁੱਛਣਾ ਪੁਰਾਣੇ ਜ਼ਮਾਨੇ 'ਚ ਕੁੜੇ ਕਿੰਨੇ ਪੁੱਤ ਆ? ਕਹਿਣਾ ਪੁੱਤ ਤੇ ਮੇਰੇ 6 ਸੀ ਪਰ ਇੱਕ ਸਿੰਘ ਸੱਜ ਗਿਆ। ਪੁੱਤ 6 ਸੀ ਪਰ ਇੱਕ ਸਿੰਘ ਸੱਜ ਗਿਆ। ਪਰ ਲੇਕਿਨ ਬਟ ਜਦੋਂ ਆਪਾਂ ਕਹਿੰਦੇ ਹਾਂ ਤੇ ਸ਼ਬਦ ਚੇਂਜ ਹੋ ਜਾਂਦਾ, ਭਾਸ਼ਾ ਹੀ ਬਦਲ ਜਾਂਦੀ ਵੀ ਪੁੱਤ ਮੇਰੇ 6 ਨੇ ਪਰ ਇੱਕ ਸਿੰਘ ਸੱਜ ਗਿਆ। ਉਹਨੂੰ 5 ਹੀ ਵਜੇ ਜਿਹੜਾ ਸਿੰਘ ਸੱਜ ਗਿਆ ਉਹ ਮਰਿਆ ਹੀ ਲੋ ਬਸ। ਉਹਨੇ ਸ਼ਹੀਦੀ ਦਾ ਜਾਮ ਛਕਣ ਵਾਸਤੇ ਉਹਨੇ ਅੰਮ੍ਰਿਤ ਨਹੀਂ ਛਕਿਆ। ਅੰਮ੍ਰਿਤ ਦੇ ਨਾਲ ਸ਼ਹੀਦੀ ਦੇ ਬਾਟੇ ਨੂੰ ਵੀ ਮੂੰਹ ਲਾਇਆ। ਐਡੀ ਵੱਡੀ ਮਹਿਮਾ ਸ਼ਹੀਦਾਂ ਨੂੰ ਚੇਤੇ ਕਰ ਰਹੇ ਹਾਂ। ਤਾਂ ਇਸ ਪ੍ਰਕਾਰ ਮੈਦਾਨੇ ਜੰਗ ਵਿੱਚ ਮਰਦਾਂ ਦੀ ਤਰ੍ਹਾਂ ਜਾਨਾਂ ਹੂਲ ਕੇ ਲੜੇ ਭਾਈ ਜੇਠਾ ਜੀ ਸਾਹਿਬ। ਅਖੀਰ ਨੂੰ ਸ਼ਹੀਦ ਹੋਏ ਤੇ ਚੜ੍ਹਗਾ ਬਿਮਾਨ ਮਡਬੋਧ ਧਾਰ। ਬੜੀ ਪ੍ਰਸੰਨਤਾ ਦੇ ਸਹਿਤ ਬਿਮਾਨ ਤੇ ਚੜ੍ਹ ਕੇ ਗੁਰਪੁਰੀ ਗਏ ਹਨ। ਇੱਕ ਲਲਾ ਬੇਗ ਬਿਸਮਿਓ ਬਿਲੰਦ, ਤੇ ਲਲਾ ਬੇਗ ਬਹੁਤਾ ਹੈਰਾਨ ਹੋਇਆ। ਬੋਲ ਰਿਓ ਬਹਾਦਰ ਓਜਵੰਦ, ਕਿਹਾ ਕਿ ਸਿੱਖ ਬੜੇ ਬਹਾਦਰ ਨੇ ਸਾਡੇ ਤੋਂ ਵੱਧ ਕੇ। ਗੁਰ ਸੁਪਟ ਬੜੇ ਲਸ਼ਕਰ ਖਪਾਏ, ਗੁਰੂ ਦੇ ਜਿਹੜੇ ਸਿੱਖ ਨੇ ਬੜੇ ਵੱਡੇ ਸੂਰਮੇ ਨੇ, ਸਾਡਾ ਲਸ਼ਕਰ ਖਪਾ ਮਾਰਿਆ ਇਹਨਾਂ ਨੇ। ਟੂਕ ਟੂਕ ਹੈ ਜੁਤ ਨ ਸਾਏ, ਟੁਕੜੇ ਟੁਕੜੇ ਹੋ ਕੇ ਘੋੜਿਆਂ ਦੇ ਸਮੇਤ ਮਰਦੇ ਨੇ। ਇਹ ਇਕੱਲੇ ਆਪ ਨਹੀਂ, ਘੋੜੇ ਵੀ ਸ਼ਹੀਦ ਹੁੰਦੇ ਇਹਨਾਂ ਦੇ। ਬਿਨ ਤਰਾਸ ਲਰਤ ਨ ਗਿਨਹਿ ਬ੍ਰਿੰਦ, ਔਰ ਇਹ ਡਰਦੇ ਨਹੀਂ ਨੇ ਔਰ ਨਹਿ ਗਿਨਹਿ ਬ੍ਰਿੰਦ। ਘੱਟ ਵੱਧ ਨਹੀਂ ਦੇਖਦੇ, ਥੋੜਾ ਬਹੁਤਾ ਨਹੀਂ ਵੇਖਦੇ, ਸਿੱਧਾ ਹੀ ਹਿੱਕ 'ਚ ਵੱਜਦੇ ਹਨ ਜਾ ਕੇ। ਬਹੁ ਤੁਰਕ ਮਾਰ ਗਰਜਤ ਬਿਲੰਦ, ਔਰ ਕਿਹਾ ਕਿ ਤੁਰਕਾਂ ਨੂੰ ਮਾਰ ਕੇ ਤਾਂ ਬੁੱਢੇ ਵੀ ਗਰਜਦੇ ਨੇ। ਨੌਜਵਾਨਾਂ ਦਾ ਕੀ ਕਹਿਣਾ ਹੈ? ਇਮ ਗੁਰੂ ਕੀ ਰਹਿ ਜਬ ਬੀਚ ਆਏ, ਕਹਿੰਦਾ ਕਿ ਜਦੋਂ ਗੁਰੂ ਇਹਨਾਂ ਦਾ ਆਣ ਕੇ ਸਾਡੇ ਵਿੱਚ ਘਿਰ ਜਾਵੇਗਾ, ਗਹਿਲ ਹੈ ਘੇਰ ਕਿਮ ਜਾਣ ਪਾਏ। ਔਰ ਕਿਹਾ ਕਿ ਸਾਡੇ ਤੋਂ ਕਿਵੇਂ ਬਚ ਜਾਵੇ
ਜਾਵੇਗਾ ਜੇ ਸਿੱਖ ਸ਼ਹੀਦ ਕਰ ਦਿੱਤਾ ਤੇ ਸ਼ਾਇਦ ਗੁਰੂ ਵੀ ਕਰ ਦੇਵਾਂਗੇ। ਜੇ ਕਰ ਹੈ ਬਹੁਤ ਸ਼ਸਤਰਨ ਪ੍ਰਹਾਰ, ਜੇ ਗੁਰੂ ਬਹੁਤੇ ਸ਼ਸਤਰਾਂ ਦਾ ਪ੍ਰਹਾਰ ਕਰੇ, ਹਥਿਆਰ ਮਾਰਦਾ ਹੈ ਸੰਘਾਰ, ਸਿੱਖ ਨੂੰ ਗੁਰੂ ਨੂੰ ਵੀ ਸੰਘਾਰ ਦਿਆਂਗੇ ਫੜਨ ਦੀ ਬਜਾਏ। ਹਿਤ ਭਇਓ ਜੁਧ ਜੇਠੇ ਪ੍ਰਚੰਡ, ਇਸ ਤਰ੍ਹਾਂ ਭਾਈ ਜੇਠਾ ਜੀ ਸਾਹਿਬ ਜੀ ਨੇ ਪ੍ਰਚੰਡ ਯੁੱਧ ਮਚਾਇਆ। ਗੁਰਪੁਰੀ ਪਹੁੰਚ ਹੋਏ ਖੰਡ ਖੰਡ, ਤੇ ਅਖੀਰ ਨੂੰ ਗੁਰਪੁਰੀ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਸਿੱਖ ਦੇ ਮਰਨ ਤੇ ਕਦੀ ਨੂੰ ਸਿੱਖ ਨੂੰ ਸਵਰਗਵਾਸੀ ਨਾ ਕਿਹੋ, ਕਦੇ ਵੀ ਨਾ। ਸਿੱਖ ਗੁਰਪੁਰੀ ਜਾਂਦਾ ਜੇ ਸਵਰਗਵਾਸ ਹੋਣਾ ਇਹ ਸਾਡਾ ਸ਼ਬਦ ਨਹੀਂ, ਸਾਡਾ ਸ਼ਬਦ ਹੈ ਗੁਰਪੁਰਵਾਸੀ ਸਰਦਾਰ ਫਲਾਣਾ ਸਿੰਘ, ਗੁਰਪੁਰਵਾਸੀ ਸਰਦਾਰ ਫਲਾਣਾ ਸਿੰਘ। ਇਹ ਗੁਰਪੁਰ ਵਿੱਚ ਸਿੱਖ ਦਾ ਵਾਸਾ ਹੁੰਦਾ ਹੈ। ਫਿਰ ਇਹ ਬਚਨ ਵਿਚਾਰੀਏ, ਗੁਰਪੁਰੀ ਪਹੁੰਚ ਹੋਏ ਖੰਡ ਖੰਡ, ਟੁਕੜੇ ਟੁਕੜੇ ਹੋ ਕੇ ਸਿੱਖ ਗੁਰਪੁਰੀ ਗਿਆ ਨਾ ਕਿ ਸਵਰਗ। ਉਤ ਜਾਤੀ ਮਲਕ ਰਿਸਾਏ ਤਾਏ, ਮਲਕ ਜਾਤੀ ਬ੍ਰਾਹਮਣ ਘਰਾਣੇ ਦਾ ਜੰਮਿਆ ਹੋਇਆ ਸਿੱਖ ਬੜੇ ਵੀਰ ਰਸ ਵਿੱਚ ਹੈ ਕਿ ਸਾਡਾ ਸਿੱਖ ਭਾਈ ਮਾਰ ਛੱਡਿਆ। ਜਹ ਸਮਸ ਬੇਗ ਤਹ ਅਗਰ ਜਾਏ, ਜਿੱਥੇ ਸ਼ਮਸ਼ ਬੇਗ ਸੀ ਲਲਾਂ ਬੇਗ ਦਾ ਪੁੱਤਰ ਉਹਦੇ ਸਾਹਮਣੇ ਆ ਗਿਆ। ਹੈ ਜੀ ਕਮਾਨ ਮਾਰੇ ਖਤੰਗ, ਔਰ ਕਮਾਨ ਖਿੱਚੀ ਹੈ, ਤਿੱਖੇ ਤੀਰ ਮਾਰੇ ਹਨ, ਲਗ ਗਏ ਪਰ ਪੇ ਫੋਰ ਅੰਗ। ਔਰ ਉਹ ਚੱਲੇ ਹੋਏ ਤੀਰ ਕਈਆਂ ਦੀਆਂ ਛਾਤੀਆਂ ਵਿੰਨ ਕੇ ਧਰਤੀ 'ਚ ਖੁੱਭ ਕੇ ਅਜੇ ਤੱਕ ਨਹੀਂ ਨਿਕਲੇ ਉਥੋਂ। ਚਰੜਾਂਤ ਚਾਪ ਮੁਕਤੰਤ ਤੀਰ, ਔਰ ਚਾਂਪ ਧਨੁਸ਼ ਚੱਲਦੇ ਨੇ, ਚਿਰੜ ਚਿਰੜ ਦੀ ਆਵਾਜ਼ ਆਉਂਦੀ ਆ, ਤੀਰ ਛੁੱਟਦੇ ਹਨ। ਹਰੜਾਂਤ ਖੋਲ ਭਰੜਾਂਤ ਪੀਰ, ਔਰ ਜਦੋਂ ਉਹ ਤੀਰ ਚੱਲਦੇ ਨੇ ਤੇ ਜਿਹੜੇ ਭੀਰ ਦੁਸ਼ਮਣ ਹਨ, ਕਾਇਰ ਹਨ, ਭੱਜਦੇ ਨੇ ਔਰ ਮੈਦਾਨੇ ਜੰਗ ਵਿੱਚ ਸੂਰਮੇ ਮਰਦੇ ਹਨ। ਧਰੜਾਂਤ ਢਾਲ ਸੜਕੰਤ ਤੇਗ, ਔਰ ਢਾਲਾਂ ਦੇ ਧਰੜ ਧੜ ਦੀ ਆਵਾਜ਼ ਆਉਂਦੀ ਜਦੋਂ ਆਪਸ ਵਿੱਚ ਖੜਕਦੀਆਂ ਨੇ, ਔਰ ਤਲਵਾਰਾਂ ਦੇ ਆਪਸ ਵਿੱਚ ਖੜਕਣ ਦੀ ਲੋਹੇ ਦੀ ਆਵਾਜ਼ ਹੈ। ਟੁਟਕੰਤ ਲਹੂ ਦਰੜੰਤ ਬੇਗ, ਕਹਿੰਦੇ ਇਸ ਤਰ੍ਹਾਂ ਸੂਰਮੇ ਦਰੜੇ ਮਰੜੇ ਜਾ ਰਹੇ ਨੇ, ਲਹੂ ਦੀਆਂ ਧਾਰਾਂ ਵਹਿੰਦੀਆਂ ਹਨ ਸਰੀਰ ਵਿੱਚੋਂ। ਸਹਿਰੰਤ ਮਰਤ ਪਹਿਰੰਤ ਭਾਗ, ਕਹਿੰਦੇ ਜਿਹੜੇ ਸੂਰਮੇ ਹਨ ਡਰਦੇ ਕਈ ਭੱਜਦੇ ਹਨ ਤੇ ਕਈ ਉੱਥੇ ਕੰਬ ਕੰਬ ਕੇ ਮਰਦੇ ਨੇ, ਡਰ ਦੇ ਨਾਲ ਤਰੋ ਦੇ ਨਾਲ ਹੀ ਮਰ ਗਏ ਕਈ ਤੁਰਕੜੇ। ਬਹਿਕਾਂਤੀ ਖੜਕ ਜਨ ਸਰੋਣ ਲਾਗ, ਕਹਿੰਦੇ ਤਲਵਾਰਾਂ ਚੱਲਦੀਆਂ ਨੇ ਜੋ ਖੂਨ ਦੇ ਨਾਲ ਸੁਰਖ ਸੁਹਾਗਣ ਹੋਈਆਂ ਹਨ ਤਲਵਾਰਾਂ। ਇਮ ਮਚੀ ਮਾਰ ਕਮਸਾਨ ਕਾਲ, ਕਹਿੰਦੇ ਬਹੁਤੀ ਮਾਰ ਮੱਚੀ ਹੈ, ਕਮਸਾਨ ਦਾ ਯੁੱਧ ਮਚਾਇਆ ਗੁਰੂ ਕੇ ਗੁਰਸਿੱਖਾਂ ਨੇ। ਹੋ ਗਿਰਤ ਵੀਰ ਅਰ ਤੁਰੰਗ ਜਾਲ, ਕਹਿੰਦੇ ਇਸ ਤਰ੍ਹਾਂ ਗੁਰੂ ਕੇ ਗੁਰਸਿੱਖਾਂ ਤੇ ਤੁਰਕੜੇ ਧਰਤੀ ਤੇ ਡਿੱਗਦੇ ਨੇ, ਘੋੜੇ ਵੀ ਸ਼ਹੀਦ ਹੁੰਦੇ ਹਨ। ਟੁਕਨੇਰ ਮਲਕ ਜਾਤੀ ਰਿਸਾਏ, ਭਾਈ ਮਲਕ ਜਾਤੀ ਜੀ ਸਾਹਿਬ ਜਿਨ੍ਹਾਂ ਨੂੰ ਭਾਈ ਜੇਠਾ ਜੀ ਦੇ ਸ਼ਹੀਦ ਹੋਣ ਦਾ ਬੜਾ ਵੀਰ ਰਸ ਹੈ, ਬੜਾ ਰੋਸ ਹੈ, ਉਹ ਆ ਗਏ ਹਨ ਸ਼ਮਸ਼ ਬੇਗ ਦੇ ਸਾਹਮਣੇ। ਬਿਗ ਸਮਸ ਬੇਗ ਕੇ ਕਾਲ ਕਾਏ, ਔਰ ਸਾਹਮਣੇ ਆ ਗਏ ਨੇ ਸ਼ਮਸ਼ ਬੇਗ ਦੇ ਤੇ ਵਾਰ ਕੀਤਾ ਹੈ। ਕਰ ਢਾਲ ਅਗਰ ਨਿਜ ਕੋ ਬਚਾਏ, ਕਹਿੰਦੇ ਉਸ ਵੇਲੇ ਆਪਣੇ ਹੱਥ ਵਿੱਚ ਢਾਲ ਵੀ ਫੜੀ ਹੈ, ਖੱਬੇ ਹੱਥ ਵਿੱਚ, ਸੱਜੇ ਹੱਥ ਵਿੱਚ ਤਲਵਾਰ, ਵਾਰ ਕਰਦੇ ਤੇ ਰੋਕਦੇ ਹਨ। ਹੋਏ ਗਇਓ ਦੂਰ ਬਾਜੀ ਤਵਾਏ, ਕਹਿੰਦੇ ਇਸ ਪ੍ਰਕਾਰ ਘੋੜੇ ਨੂੰ ਦੜਾ ਕੇ ਤੇ ਨੇੜੇ ਹੋ ਗਏ ਹਨ। ਤਬ ਅਗਨ ਆਪਨ ਆਪ ਕੋ ਬਲ ਸੰਭਾਲ, ਉਸ ਵੇਲੇ ਆਪਣੇ ਆਪ ਦਾ ਬਲ, ਆਪਣੀ ਤਾਕਤ ਨੂੰ ਸੰਭਾਲ ਕੇ ਹੌਸਲਾ ਕਰਕੇ ਬਲਵਾਨ ਬਾਜ ਤੇ ਕਰ ਉਤਾਲ, ਤੇ ਬੜੇ ਬਲ ਵਾਲੇ ਘੋੜੇ ਤੋਂ ਕਾੜੀ ਦੇ ਨਾਲ ਵਾਰ ਛੱਡਦੇ ਹਨ। ਟਿਕ ਭਇਓ ਆਏ ਕਰ ਖੜਗ ਨੰਗ, ਇਸ ਤਰ੍ਹਾਂ ਮਲਕ ਜਾਤੀ ਜੀ ਸਾਹਿਬ ਤੇ ਸ਼ਮਸ਼ ਬੇਗ ਬਿਲਕੁਲ ਨੇੜੇ ਆ ਗਏ ਨੇ, ਦੋਨਾਂ ਦਾ ਯੁੱਧ ਹੋਣ ਲੱਗਾ ਹੈ। ਕਰ ਕੋ ਉਭਾਰ ਬੜ ਬੇਗ ਸੰਗ, ਉਸ ਵੇਲੇ ਆਪਣੇ ਹੱਥ ਨੂੰ ਉਭਾਰ ਕੇ ਉੱਚਾ ਕਰਕੇ ਬੜੀ ਕਾਲੀ ਦੇ ਨਾਲ ਕੀਨੋ ਪ੍ਰਹਾਰ ਤਨ ਸੁਬਟ ਵਿਪਰ, ਔਰ ਗੁਰਸਿੱਖ ਵਿਪਰ ਬ੍ਰਾਹਮਣ ਪੰਡਤ ਘਰਾਣੇ ਜੰਮਿਆ ਹੋਇਆ ਮਲਕ ਜਾਤੀ ਬ੍ਰਹਮ ਗਿਆਨੀ ਗੁਰੂ ਕਾ ਗੁਰਸਿੱਖ ਜਾਤ ਵਰਮ ਤੇ ਭਏ ਅਤੀਤਾ। ਤੋ ਇਸ ਪ੍ਰਕਾਰ ਵਾਰ ਕੀਤਾ ਹੈ। ਰਣ ਚਤਰ ਹੱਥ ਤਰ ਸਿਪਰ ਛਿਪਰ, ਕਹਿੰਦੇ ਇਸ ਪ੍ਰਕਾਰ ਬੜੇ ਜੋਸ਼ ਦੇ ਨਾਲ ਕਰ ਕੋ ਪ੍ਰਹਾਰ, ਕਰ ਕੋ ਉਭਾਰ ਬੜ ਬੇਗ ਸੰਗ। ਸੋ ਆਪਣੇ ਹੱਥ ਨੂੰ ਪ੍ਰਹਾਰ ਉੱਚਾ ਕਰਕੇ ਬੜੀ ਕਾਲੀ ਦੇ ਨਾਲ ਰਣ ਕੋ ਚਤੁਰ ਹੱਥ ਦੇ ਸਿਪਰ ਛਪਰ। ਕਵੀ ਜੀ ਕਹਿੰਦੇ ਨੇ ਜੋ ਮੈਦਾਨੇ ਜੰਗ ਵਿੱਚ ਬੜੇ ਨਿਪੁੰਨ ਹਨ ਤੇ ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਦੇ ਨਾਲ ਢਾਲ ਵੀ ਹੈ। ਦੀਨਸ ਬਚਾਏ ਆਪਨ ਸਰੀਰ, ਜਦੋਂ ਤੁਰਕੜੇ ਨੇ ਵਾਰ ਕੀਤਾ ਤੇ ਢਾਲ ਦੇ ਨਾਲ ਵਾਰ ਰੋਕ ਕੇ ਆਪਣਾ ਸਰੀਰ ਬਚਾਇਆ ਹੈ। ਉਰ ਪਇਓ ਕੋਪ ਬਿਨ ਤਰਾਸ ਤੀਰ, ਉਸ ਵੇਲੇ ਮਰਜ਼ਾਦਾ ਪੂਰੀ ਹੋ ਗਈ। ਸਿੱਖ ਕਦੇ ਵੀ ਕਿਸੇ ਤੇ ਪਹਿਲਾਂ ਵਾਰ ਨਹੀਂ ਕਰਦੇ, ਭਾਵੇਂ ਕੋਈ ਵੀ ਹੋਵੇ। ਮਰਜ਼ਾਦਾ ਪੂਰੀ ਹੋਈ, ਸਿੱਖ ਖੁਸ਼ ਵੀ ਹੋਇਆ ਤੇ ਵੀਰ ਰਸ ਵਿੱਚ ਵੀ ਆਇਆ ਹੈ। ਅਤ ਨਿਕਟ ਤੁਰੰਗ ਲਰ ਆਪ ਮਾਹੇ, ਕਹਿੰਦੇ ਇਸ ਪ੍ਰਕਾਰ ਬਹੁਤ ਜ਼ਿਆਦਾ ਨੇੜੇ ਹੋ ਗਏ ਨੇ ਸ਼ਮਸ਼ ਬੇਗ ਤੇ ਜਾਤੀ ਮਲਕ। ਸ਼ਮਸ਼ ਬੇਗ ਨੇ ਵਾਰ ਕਰ ਲਿਆ ਹੈ। ਹੁਣ ਹੋਇਆ ਕਿ ਦੋਨਾਂ ਦੇ ਘੋੜੇ ਜੁਝਾਰੂ ਸਨ
ਤੇ ਘੋੜੇ ਹੀ ਆਪਸ ਵਿੱਚ ਲੜ ਪਏ ਹਨ। ਜਿਜ ਕੋ ਬਿਲੰਦ ਅਰਥ ਕੀਏ ਨਾਹੀਂ। ਔਰ ਭਾਈ ਜਾਤੀ ਮਲਕ ਜੀ ਦਾ ਘੋੜਾ ਬਹੁਤ ਬਲਸ਼ਾਲੀ ਸੀ ਔਰ ਥੱਕਿਆ ਹੋਇਆ ਨਹੀਂ ਸੀਗਾ। ਹਟ ਤੁਰਤ ਪਛੰਡਾ ਮਾਰ ਮਾਹੇ। ਤੇ ਘੋੜੇ ਨੇ ਇੱਕ ਪਛੰਡਾ, ਇੱਕ ਦਲਤਾ ਹੁੰਦਾ ਇੱਕ ਪਛੰਡਾ ਹੁੰਦਾ, ਦਲਤਾ ਦੋ ਲੱਤਾਂ ਨੂੰ ਕਹਿੰਦੇ, ਪਛੰਡਾ ਇੱਕ ਨੂੰ ਕਹਿੰਦੇ ਹਨ। ਇੱਕ ਲੱਤ ਮਲਕ ਜਾਤੀ ਦੇ ਘੋੜੇ ਨੇ ਸ਼ਮਸ਼ ਬੇਗ ਦੇ ਘੋੜੇ ਦੀ ਵੱਖੀ ਵਿੱਚ ਮਾਰੀ ਹੈ ਬਲੀ ਤੁਰਕ ਕੋ ਥਕਤ ਕੀਨ। ਉਹ ਤੁਰਕੜੇ ਦਾ ਘੋੜਾ ਜਿਹੜਾ ਸੀਗਾ ਤੇ ਬਲਵਾਨ ਪਰ ਥਕਿਆ ਹੋਇਆ ਸੀਗਾ। ਲਗ ਸਮਸ ਬੇਗ ਕੀ ਜਾਂਗ ਚੋਟ। ਤੇ ਜਿਸ ਵੇਲੇ ਮਲਕ ਜਾਤੀ ਜੀ ਦੇ ਘੋੜੇ ਨੇ ਦੁਲੱਤਾ ਮਾਰਿਆ, ਪਛੰਡਾ ਮਾਰਿਆ, ਤੇ ਉਹ ਪਛੰਡਾ ਘੋੜੇ ਦੇ ਤੇ ਲੱਗਿਆ, ਨਾਲ ਇਹਦੀ ਜੰਗ ਲੱਤ ਉੱਪਰ ਵੀ ਲੱਗਿਆ ਜਿੱਥੇ ਰਕਾਬ ਤੇ ਪੈਰ ਧਰੇ ਸਨ। ਕਰ ਰਹਿਓ ਯਤਨ ਹੋਏ ਕਹਾਂ ਓਟ। ਉਹਨੇ ਬੜਾ ਯਤਨ ਕੀਤਾ। ਘੋੜੇ ਦੇ ਵਿੱਚ ਇੰਨੀ ਵੱਡੀ ਤਾਕਤ ਹੁੰਦੀ ਜੇ ਵੀ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ। ਜਿੱਥੇ ਸੰਗਤ ਵਿੱਚ ਘੋੜਾ ਸੀ, ਇੱਕ ਅਸੀਂ ਘੋੜਾ ਸਵਾਰੀ ਸਿੱਖਦੇ ਸੀ, ਅਭਿਆਸ ਕਰਦੇ ਸੀ। ਇੱਕ ਵਾਰੀ ਇਹਨੇ ਪਛੰਡਾ ਮਾਰਿਆ, ਉਹਦੀ ਬੈਕ ਸਾਈਡ ਤੇ ਕੰਧ ਸੀ ਤੇ ਬੜਾ ਮਜ਼ਬੂਤ ਸੀਮੈਂਟ ਸੀ, ਔਰ ਸੀਮੈਂਟ ਕੱਲਾ ਨਹੀਂ ਸੀ, ਬਜਰੀ ਦੇ ਸਮੇਤ ਉਹ ਬੱਜਰ ਸੀ। ਮੇਰੇ ਵੇਖਦਿਆਂ ਵੇਖਦਿਆਂ ਉਹਨੇ 1 ਇੰਚ ਤੱਕ ਉੱਥੇ ਪਾੜਾ ਪਾ ਕੇ ਰੱਖ ਦਿੱਤਾ ਸੀ। ਘੋੜੇ ਦੇ ਪੌੜਾਂ ਵਿੱਚ ਇੰਨੀ ਵੱਡੀ ਭਾਰੀ ਤਾਕਤ ਹੁੰਦੀ ਹੈ ਕਿ ਸੰਸਾਰ ਤੇ ਸਭ ਤੋਂ ਤੇਜ਼ ਚੱਲਣ ਵਾਲੀਆਂ ਚੀਜ਼ਾਂ, ਬਿਜਲੀ ਇਤਿਆਦਿਕ ਵਿੱਚੋਂ ਘੋੜੇ ਦੇ ਪਛੰਡੇ ਦੀ ਜਿਹੜੀ ਤੇਜ਼ ਗਤੀ ਹੈ ਉਹ ਵਿਸ਼ੇਸ਼ ਹੈ। ਇਹਦੇ ਪਛੰਡੇ ਨੇ ਦੇ ਨਾਲ ਜਿਹੜਾ ਸ਼ਮਸ਼ ਬੇਗ ਸੀ ਉਹਦੀ ਲੱਤ ਜ਼ਖਮੀ ਹੋਈ। ਬੜੀ ਉਹਨੇ ਯਤਨ ਕੀਤੀ ਆਪਣੇ ਆਪ ਨੂੰ ਬਚਾਉਣ ਦੀ, ਪਰ ਕਿੱਥੋਂ ਗੱਲ ਬਣੀ। ਕਰ ਰਹਿਓ ਯਤਨ ਹੋਏ ਕਹਾਂ ਓਟ। ਕਹਿੰਦੇ ਬੜਾ ਉਹਨੇ ਯਤਨ ਕੀਤਾ ਪਰ ਕਿੱਥੋਂ ਓਟ ਬਣੇ। ਜਿਜ ਸਿਗਰ ਧਾਰ ਹੈ ਲਗ ਕੰਠ ਕਾਏ। ਇਸ ਪ੍ਰਕਾਰ ਗੁਰੂ ਕੇ ਗੁਰਸਿੱਖ ਨੇ ਬੜੀ ਛੇਤੀ ਦੇ ਨਾਲ ਤਿੱਖੀ ਤਲਵਾਰ ਦਾ ਜੋ ਹੈ ਵਾਰ ਕੀਤਾ ਹੈ। ਸੋ ਬੜੇ ਜੋਸ਼ ਦੇ ਨਾਲ ਲਗ ਸਮਸ ਬੇਗ ਕੀ ਜਾਂਗ ਚੋਟ। ਤੇ ਉਹ ਜਿਹੜੀ ਘੋੜੇ ਦੀ ਪੌੜ ਹੈ, ਪੈਰ ਹੈ, ਉਹ ਸ਼ਮਸ਼ ਬੇਗ ਦੀ ਜੰਗ ਨੂੰ ਲੱਗੀ ਹੈ। ਕਰ ਰਹਿਓ ਯਤਨ ਹੋਏ ਕਹਾਂ ਓਟ। ਕਹਿੰਦੇ ਬੜਾ ਯਤਨ ਕੀਤਾ ਪਰ ਕੋਈ ਓਟ ਨਾ ਹੋਏ। ਜਿਜ ਸਿਗਰ ਧਾਰ ਹੈ ਤਾੜ ਫੇਰ। ਕਹਿੰਦੇ ਇਸ ਪ੍ਰਕਾਰ ਬ੍ਰਾਹਮਣ ਜਾਤੀ ਭਾਈ ਮਲਕ ਜਾਤੀ ਜੀ ਸਾਹਿਬ ਜੀ ਨੇ ਬੜੀ ਛੇਤੀ ਦੇ ਨਾਲ ਆਪਣੇ ਘੋੜੇ ਨੂੰ ਉਹਦੇ ਪਾਸ ਕੀਤਾ ਹੈ। ਪੁਨ ਕਰਿਓ ਆਨ ਕਰ ਤੁਰਕ ਨੇਰ। ਇਸ ਤਰ੍ਹਾਂ ਫਿਰ ਤੁਰਕ ਦਾ ਨੇੜਾ ਕੀਤਾ ਹੈ, ਉਹਦੇ ਪਾਸ ਹੋਏ ਹਨ। ਮਾਰਿਓ ਕਿਰਪਾਨ ਲਗ ਕੰਠ ਕਾਏ। ਉਸ ਵੇਲੇ ਤਿੱਖੀ ਤਲਵਾਰ, ਕਿਉਂਕਿ ਇਹਨੇ ਵਾਰ ਕਰ ਲਿਆ ਸੀ, ਸਿੱਖ ਦਾ ਵਾਰ ਬਚਿਆ ਸੀ, ਉਹ ਕਿਰਪਾਨ ਦਾ ਵਾਰ ਇਹਦੇ ਕੰਠ ਗਲੇ ਦੇ ਉੱਪਰ ਮਾਰ ਕੇ ਸੋ ਉਹਨੂੰ ਮਾਰ ਦਿੱਤਾ ਹੈ। ਸਿਰ ਪਰਿਓ ਜਾਏ ਭੂ ਪਰ ਲੁਟਾਏ। ਇੱਕ ਵਾਰ ਦੇ ਨਾਲ ਐਸਾ ਧਰਤੀ ਤੇ ਲਟਾ ਸੁੱਟਿਆ ਕਿ ਧੜ ਦਾ ਘੋੜੇ ਤੇ ਰਹਿ ਗਿਆ ਤੇ ਸਿਰ ਥੱਲੇ ਡਿੱਗ ਗਿਆ ਹੈ। ਜਿਮ ਪਕਿਓ ਹੋਏ ਫਲ ਡਾਲ ਸੰਗ। ਕਵੀ ਜੀ ਕਹਿੰਦੇ ਅੱਜ ਕੱਲ ਦੇ ਮੌਸਮ ਦੇ ਵਿੱਚ ਜਿਵੇਂ ਕੋਈ ਸੇਬ ਦਾ ਫਲ ਪੱਕਿਆ ਹੋਵੇ ਡਾਲੀ ਦੇ ਨਾਲ, ਟਹਿਣੀ ਦੇ ਨਾਲ, ਇਸ ਹੱਥ ਹੈ ਲਸ਼ਟ ਕਾ ਗਿਰਹਿ ਭੰਗ। ਤੇ ਕੋਈ ਖਾਣ ਵਾਲਾ ਭੁੱਖਾ ਆਦਮੀ ਸੋਟੀ ਮਾਰੇ ਤੇ ਵੇਖਦਿਆਂ ਵੇਖਦਿਆਂ ਫਲ ਧਰਤੀ ਤੇ ਡਿੱਗ ਪੈਂਦਾ ਹੈ ਨਾ, ਇਵੇਂ ਧੜਾਕ ਕਰਦਾ ਇਹਦਾ ਸਿਰ ਜਿਹੜਾ ਧੜ ਨਾਲੋਂ ਜੁਦਾ ਹੋ ਕੇ ਡਿੱਗਿਆ। ਤਰ ਸਹਿਤ ਤੁਰੰਗ ਆਗੇ ਚਲੰਤ। ਤੇ ਜਿਹੜਾ ਇਹਦਾ ਘੋੜਾ ਹੈ ਉਹ ਧੜ ਦੇ ਸਹਿਤ ਸਿਰੇ ਦਾ ਡਿੱਗ ਪਿਆ, ਤੇ ਘੋੜਾ ਜਿਹੜਾ ਹੈ ਧੜ ਦੇ ਸਹਿਤ ਅੱਗੇ ਚੱਲ ਪਿਆ। ਉਹਨੂੰ ਕੀ ਪਤਾ ਕਿ ਮਰ ਗਿਆ ਕਿ ਜਿੰਦਾ ਹੈ। ਪਗ ਫਸੇਰ ਕਾ ਬਨ ਮਹਿ ਗਿਰੰਤ। ਐਡੀ ਭੈੜੀ ਮੌਤ ਮਰਿਆ ਇਹ ਗੁਰੂ ਕਾ ਦੋਖੀ ਕਿ ਇਹਦੇ ਪੈਰ ਜਿਹੜੇ ਨੇ ਰਕਾਬ ਦੇ ਵਿੱਚ ਫਸ ਗਏ ਹਨ ਤੇ ਘੋੜਾ ਅੱਗੇ ਨੂੰ ਤੁਰਿਆ ਜਾਂਦਾ ਹੈ। ਜਬ ਚਲਿਓ ਅਗਰ ਤਰ ਲਟਕ ਆਏ। ਜਿਸ ਵੇਲੇ ਇਹ ਅੱਗੇ ਨੂੰ ਚੱਲਿਆ ਤੇ ਧੜ ਜਿਹੜਾ ਹੈ ਲਟਕ ਗਿਆ। ਹੁਣ ਜੇ ਸਿਰ ਹੁੰਦਾ, ਜਾਨ ਹੁੰਦੀ ਤੇ ਰਕਾਬ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕਰਦਾ, ਰਕਾਬ ਤੇ ਭਾਰ ਪਾ ਕੇ, ਸਿਰ ਤੇ ਰਿਹਾ ਨਹੀਂ, ਜਾਨ ਰਹੀ ਨਹੀਂ। ਇਸ ਕਰਕੇ ਧੜ ਜਿਹੜਾ ਹੈ ਰਕਾਬ ਦੇ ਨਾਲ, ਰਕਾਬ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਸੂਰਮਾ ਆਪਣੇ ਪੈਰ ਟਿਕਾਉਂਦਾ ਹੈ। ਸਾਨੂੰ ਅੱਜ ਕੱਲ੍ਹ ਨਹੀਂ ਪਤਾ, ਖਾਸ ਕਰਕੇ ਸ਼ਹਿਰਾਂ ਦੇ ਲੋਕਾਂ ਨੂੰ ਜਾਂ ਜਿਨ੍ਹਾਂ ਨੇ ਕਦੀ ਘੋੜਾ ਸਵਾਰੀ ਕੀਤੀ ਨਹੀਂ, ਸਿੱਖੀ ਨਹੀਂ। ਪਿੰਡਾਂ ਵਿੱਚ ਵੀ ਇਹੋ ਹੀ ਹਾਲ ਹੈ ਬਹੁਤਾ। ਪਸ਼ੂਆਂ ਤੋਂ ਅਸੀਂ ਦੂਰ ਜਾ ਰਹੇ ਹਾਂ ਤੇ ਪਸ਼ੂ ਹੀ ਹੋ ਰਹੇ ਹਾਂ ਅਸੀਂ। ਤੋ ਇਸ ਪ੍ਰਕਾਰ ਉਹ ਰਕਾਬ ਦੇ ਵਿੱਚ ਇਹਦੇ ਪੈਰ ਫਸੇ ਤੇ ਧੜ ਜਿਹੜਾ ਹੈ ਲਟਕ ਗਿਆ ਹੈ। ਤਿਬ ਕਿਉ ਤੁਰੰਗ ਕਰ ਬੇਗ ਧਾਏ। ਜਦੋਂ ਉਹ ਧੜ ਲਟਕ ਗਿਆ, ਲਟਕੇ ਹੋਏ ਧੜ ਨੂੰ ਦੇਖ ਕੇ ਘੋੜਾ ਜਿਹੜਾ ਹੈ ਡਰ ਗਿਆ ਹੈ। ਜਿਉਂ ਜਿਉਂ ਚਲੰਤ ਐਚ ਹੋ ਸੋ ਜਾਏ। ਜਿਵੇਂ ਜਿਵੇਂ ਘੋੜਾ ਚੱਲਦਾ ਹੈ ਡਰਿਆ ਹੋਇਆ ਘੋੜਾ, ਤਿਵੇਂ ਤਿਵੇਂ ਦਾ ਧੜ ਹੋਰ ਜ਼ਿਆਦਾ ਖਿੱਚਿਆ ਜਾ ਰਿਹਾ। ਤਿਉਂ ਤਿਉਂ ਤਰਸਾਂ ਤੇ ਸ਼ਬਦ ਜੋ ਉਠਾਏ। ਕਹਿੰਦੇ ਤਿਵੇਂ ਤਿਵੇਂ ਘੋੜਾ ਹੋਰ ਡਰਦਾ ਹੈ, ਇਹਦੇ ਧੜਕਣ ਦੀ ਆਵਾਜ਼ ਆਉਂਦੀ ਹੈ ਧੜ ਦੀ, ਘੋੜਾ ਡਰ ਕੇ ਹੋਰ ਤੇਜ਼ ਹੋ ਰਿਹਾ। ਨਾ ਟਿਕ ਹੈ ਕਿਥੋਂ ਭਾਜੋ ਫਿਰੰਤ। ਕਹਿੰਦੇ ਘੋੜਾ ਟਿਕਦਾ ਨਹੀਂ ਹੈ, ਭੱਜਿਆ ਫਿਰਦਾ ਮੈਦਾਨੇ ਜੰਗ ਵਿੱਚ। ਧਰ ਕੋ ਕਸੀਟ ਅਤ ਸਹਿ ਡਰੰਤ। ਤੇ ਵਿਸ਼ੇਸ਼ ਕਰਕੇ ਉਹਨੇ ਧੜ ਨੂੰ ਘਸੀਟ ਕੇ ਇੱਕ ਵਾਰੀ ਜਿਵੇਂ ਹਲਵਾਈ ਦਾਣਾ ਇਸ ਤਰ੍ਹਾਂ ਵਾਹਿਆ ਉਹਨੂੰ। ਸਭ ਸੈਨ ਵਿਖੈ ਇਤ ਉਤ ਸੋ ਜਾਏ। ਸਾਰੀ ਸੈਨਾ
ਦੇਸ਼ਾਂ ਦੇ ਵਿੱਚ ਇੱਧਰ ਉੱਧਰ ਪੂਰੀਆਂ ਪਰਿਕਰਮਾ ਕੀਤੀਆਂ ਹਨ। ਜਹਾਂ ਲਾਲਾ ਬੇਗ ਲਰ ਕਸ਼ਟ ਜਿੱਥੇ ਪਾਏ। ਲੱਲਾ ਬੇਗ ਸੀ ਬਹੁਤ ਉਹਨੂੰ ਕਸ਼ਟ ਹੋਇਆ, ਭਰਾ ਮਰ ਗਿਆ, ਭਾਣਜੇ ਮਰ ਗਏ, ਪੁੱਤ ਮਰ ਗਿਆ, ਹੁਣ ਦੂਜਾ ਵੀ ਮਰ ਗਿਆ। ਘੋੜਾ ਪਛਾਨ ਧਰ ਲਟਕ ਦੇਖ। ਉਹਨੇ ਘੋੜਾ ਪਛਾਣਿਆ ਤੇ ਦੇਖਿਆ ਕਿ ਇਹਦੇ ਰਕਾਬ ਦੇ ਨਾਲ ਕੋਈ ਧੜ ਲਟਕ ਰਹੀ ਆ, ਲਾਸ਼ ਲਟਕ ਰਹੀ ਹੈ। ਮਰ ਗਿਓ ਜਾਣ ਸੋਕਤ ਵਿਸੇਖ। ਉਹਨੇ ਦੇਖਿਆ ਬਹੁਤ ਭਾਰੀ ਉਹ ਸ਼ੌਕਤ ਹੋਇਆ ਹੈ ਜਦੋਂ ਆਪਣੇ ਪੁੱਤਰ ਦੀ ਲੋਸ਼ ਉੱਥੇ ਜਾਣੀ ਹੈ। ਢਿਗ ਮੁਗਲ ਹੇਰ ਕੈ ਅਸ ਚਿਨਾਰ। ਉਸ ਵੇਲੇ ਮੁਗਲ ਨੂੰ ਦੇਖ ਕੇ ਕਿਹਾ ਵੀ ਇਹ ਚੰਗੀ ਤਰ੍ਹਾਂ ਪਛਾਣ ਘੋੜਾ ਆਪਣਾ ਕਿ ਕੋਈ ਹੋਰ ਹੈ। ਇਹੋ ਸਮਸ ਬੇਗ ਕੇ ਤਰ ਕਿਹਾ ਉਦਾਰ। ਇਹ ਘੋੜਾ ਜਿਹੜਾ ਸੀ ਤੇ ਸ਼ਮਸ਼ ਬੇਗ ਦੇ ਥੱਲੇ ਸੀਗਾ, ਮੇਰੇ ਪੁੱਤ ਦਾ ਘੋੜਾ ਹੈ। ਨਹ ਮੁੰਡ ਸੰਗ ਲਟਕੰਤ ਰੁੰਡ। ਔਰ ਕਿਹਾ ਕਿ ਧੜ ਦੇ ਨਾਲ ਸਿਰ ਨਹੀਂ, ਕੱਲਾ ਧੜ ਹੀ ਲਟਕ ਰਿਹਾ, ਚੰਦਰਿਆ ਜਾ ਕੇ ਫੜ ਉਹਨੂੰ। ਫਿਰ ਮਰਿਓ ਹੋਏ ਰਣ ਮੈਂ ਪ੍ਰਚੰਡ। ਔਰ ਕਿਹਾ ਕਿ ਮੇਰਾ ਪੁੱਤ ਮੈਦਾਨੇ ਜੰਗ ਵਿੱਚ ਭਿੜ ਕੇ ਮਰਿਆ ਹੈ। ਤਬ ਕਹਿਓ ਤਾਹੇ ਤੁਮ ਲਖਿਓ ਜਾਏ। ਔਰ ਕਿਹਾ ਕਿ ਹਾਂ ਤੁਸੀਂ ਬਿਲਕੁਲ ਸਰਦਾਰ ਜੀ, ਸਪਾਸਲਾਰ ਜੀ, ਹਾਕਮ ਜੀ ਬਿਲਕੁਲ ਸਹੀ ਪਛਾਣਿਆ ਹੈ। ਬਿਨ ਮੂੰਡ ਤੁਰੰਗ ਜੁਤ ਰੁੰਡ ਸੋਏ। ਔਰ ਕਿਹਾ ਕਿ ਬਿਨਾਂ ਸਿਰ ਤੋਂ ਇਹ ਧੜ ਕੱਲਾ ਲਟਕਿਆ ਫਿਰਦਾ ਹੈ। ਗਤ ਹੋਤ ਭਟਨ ਕੀ ਜਿਮ ਸੋ ਤੇ ਜੰਗ। ਮੁਗਲ ਨੇ ਹੋਰ ਚੜਾ ਕੇ ਉਹਨੂੰ ਕਿਹਾ ਸੂਰਮਿਆਂ ਦੀ ਐਸੀ ਗਤੀ ਹੁੰਦੀ ਹੈ ਮੈਦਾਨੇ ਜੰਗ ਵਿੱਚ। ਸੋ ਵੀ ਲਖੋ ਕਟ ਜਾਹੇ ਅੰਗ। ਔਰ ਕਿਹਾ ਕਿ ਇਸ ਤਰ੍ਹਾਂ ਹੀ ਹੋਈ ਤੁਹਾਡੇ ਪੁੱਤਰ ਦੇ ਨਾਲ, ਅੰਗ ਉਹਦੇ ਕੱਟੇ ਗਏ ਹਨ। ਸੁਨ ਲਲਾ ਬੇਗ ਕੇ ਸੂਕ ਭਾਰ। ਸੁਣ ਕਰਕੇ ਲੱਲਾ ਬੇਗ ਬਹੁਤ ਭਾਰੀ ਸ਼ੌਕ ਵਿੱਚ ਗਿਆ ਹੈ। ਪਰਿਵਾਰ ਮੋਰ ਨਰ ਪੇ ਸੰਘਾਰ। ਔਰ ਕਿਹਾ ਕਿ ਮੇਰਾ ਟੱਬਰ ਟੋਰ, ਮੇਰੇ ਜਿਹੜੇ ਨਜ਼ਦੀਕੀ ਸਨ, ਸਭ ਮਰ ਗਏ ਹਨ। ਜਾਨੀ ਨਾ ਰੀਤ ਇਮ ਮੋਹੇ ਔਰ ਕਿਹਾ ਕਿ ਹੋਏ। ਮੇਰੇ ਨਾਲ ਹੋਇਆ ਕੀ, ਮੇਰੀ ਸਮਝ ਤੋਂ ਪਰੇ, ਮੇਰਾ ਦਿਮਾਗ ਸੁੰਨ ਹੋ ਗਿਆ ਸੋਚ ਕੇ। ਲਰਬੇ ਫਰੇਸ ਤੇ ਸੰਗ ਇਹ ਤੇ ਏਦਾਂ ਜੋਏ। ਲੱਗਦਾ ਕਿ ਸਿੱਖ ਨਾਲ ਲੜਦੇ ਹੋਣ, ਕੋਈ ਫਰਿਸ਼ਤੇ ਲੜਦੇ ਹੋਣ। ਸਾਡੀ ਹਾਰ ਹੋਣ ਵਾਸਤੇ ਅੱਲਾਹ ਪਾਕ ਵੀ ਇਹਨਾਂ ਦੀ ਮਦਦ ਵਿੱਚ ਆ ਗਿਆ ਹੋਵੇ। ਇਹੋ ਕਰਨ ਹਾਰ ਕਿਆਮਤ ਬਿਲੰਦ। ਔਰ ਕਿਹਾ ਕਿ ਤੇ ਕਰਨ ਹਾਰ ਦੀ ਕਿਆਮਤ ਹੀ ਹੋਈ। ਕਿਆਮਤ ਉਹ ਸਮੇਂ ਨੂੰ ਕਹਿੰਦੇ ਜਦੋਂ ਦੁਨੀਆ ਬਰਬਾਦ ਹੋਣੀ ਹੋਵੇ। ਇਹ ਤੇ ਆਫਤ ਆ ਗਈ ਸਾਡੇ ਉੱਪਰ। ਨਾ ਸਕਿਓ ਜਾਣ ਲਕ ਸੈਨ ਬ੍ਰਿੰਦ। ਔਰ ਕਿਹਾ ਕਿ ਇੰਨੀ ਵੱਡੀ ਮੇਰੀ ਫੌਜ ਹੈ, ਬਾਵਜੂਦ ਇਹਦੇ ਮੇਰੀ ਸਮਝ ਤੋਂ ਪਰੇ ਅਸੀਂ ਹਾਰ ਕਿਵੇਂ ਗਏ। ਦਲ ਗੁਰੂ ਕੇਰ ਮੈਂ ਅਲਪ ਜਾਣ। ਔਰ ਕਿਹਾ ਕਿ ਗੁਰੂ ਕੀ ਫੌਜ ਮੁੱਠੀ ਭਰ ਹੈ। ਕੀ ਹਨ ਉਹ ਗੁਰੂ ਕੇ ਗੁਰਸਿੱਖ 4000 ਤੇ ਅਸੀਂ 35000। ਲਖ ਕੈ ਸੁਖੇਨ ਕਰ ਦਿਓ ਹਾਨ। ਮੈਂ ਸੋਚਦਾ ਸੀ ਬੜਾ ਸੌਖਾ ਹੀ ਸਿੱਖਾਂ ਨੂੰ ਮਾਰ ਦੇਵਾਂਗੇ, ਗੁਰੂ ਨੂੰ ਫੜ ਲਵਾਂਗੇ। ਇਤਿਆਦਕ ਬਾਕ ਕਹਿ ਕਰ ਰੁਦੰਤ। ਕਹਿੰਦੇ ਇਸ ਤਰ੍ਹਾਂ ਕਹਿ ਕੇ ਸਿਪਾਹਸਲਾਰ ਹਾਕਮ ਜਿਹੜਾ ਹੈ ਖੂਨ ਦੇ ਹੰਝੂ ਰੋਂਦਾ ਹੈ। ਪਛਤਾਏ ਅਦਕ ਸੰਕਟ ਪਰੰਤ। ਬੜਾ ਵੱਡਾ ਭਾਰੀ ਪਛਤਾਉਂਦਾ ਹੈ, ਸੰਕਟ ਭੋਗਦਾ ਹੈ। ਨਿਜ ਮਿਰਤੂ ਹਿਰਦੇ ਨਿਜ ਸਹਿ ਚੋਕੀਨ। ਇਹਨੇ ਸੋਚ ਲਿਆ ਵੀ ਮੇਰੇ ਪੁੱਤ ਮਰ ਗਏ ਨੇ, ਭਰਾ ਮਰ ਗਿਆ, ਹੁਣ ਮੇਰੀ ਵੀ ਜ਼ਿੰਦਗੀ ਲੰਮੀ ਨਹੀਂ ਹੈ। ਮਹਿ ਜੀਨ ਆਸ ਪਾ ਆਨੰਦਹੀਨ। ਔਰ ਕਿਹਾ ਕਿ ਜੀਣ ਦੀ ਆਸਾ ਨਹੀਂ ਹੈ। ਆਦਮੀ ਟੁੱਟ ਜਾਂਦਾ ਹੈ ਇੱਕ ਮੰਜ਼ਲ ਤੇ ਆਣ ਕੇ, ਇੱਕ ਪੜਾਅ ਤੇ ਆਣ ਕੇ ਬਸ ਟੁੱਟ ਚੁੱਕਿਆ ਹੈ। ਲੱਗਦਾ ਸੀ ਅਧਿਆਨ ਨਹੀਂ ਸੀ ਪੂਰਾ ਹੋਵੇਗਾ। ਗੁਰੂ ਗਰੀਬ ਨਵਾਜ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ 3 ਦਿਨਾਂ ਵਿੱਚ 3 ਅਧਿਆਏ 42 ਅਤੇ 43 ਪੌੜੀਆਂ ਦੇ ਇਹ ਪੂਰੇ ਹੋ ਗਏ ਨੇ। ਕੱਲ ਦੇ ਦੀਵਾਨਾਂ ਵਿੱਚ ਲੱਲਾ ਬੇਗ ਜੋ ਇਹਨਾਂ ਦਾ ਵਿਸ਼ੇਸ਼ ਹਾਕਮ ਹੈ, ਉਹ ਮੈਦਾਨੇ ਜੰਗ ਵਿੱਚ ਮਹਾਰਾਜ ਉਹਨੂੰ ਆਪ ਹੀ ਮਾਰਨਗੇ। ਬੜਾ ਖੂਨੀ ਨਜ਼ਾਰਾ ਹੈ, ਅਜੀਬ ਰਸ ਹੈ। ਸਮੇਂ ਸਿਰ ਪੁੱਜ ਕੇ ਆਪਾਂ ਸਰਵਣ ਕਰਾਂਗੇ। ਸਮਾਂ ਐਨ ਪੂਰਾ ਹੋਇਆ, ਪ੍ਰਸੰਗ ਵੀ ਪੂਰਾ ਹੋਇਆ। ਇਹ ਜੋ ਸੋ ਇਸੇ ਪ੍ਰਕਾਰ 53 ਨੰਬਰ ਅਧਿਆਏ ਸੀ। ਸੋ ਗਰੀਬ ਨਵਾਜ ਮਹਾਰਾਜ ਦੀ ਕਿਰਪਾ ਹੋਈ। ਬੇਅੰਤ ਗੁਰੂ ਕੇ ਗੁਰਸਿੱਖ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਆਏ, ਸਭ ਨੂੰ ਜਿਉ ਆਇਆ ਭਾਈ। ਸਭ ਦੇ ਵਾਸਤੇ ਹਰ ਪ੍ਰਕਾਰ ਰਿਹਾਇਸ਼, ਜਾਣ ਆਉਣ, ਪ੍ਰਸ਼ਾਦ ਪਾਣੀ ਆਦਿਕ ਦਾ ਇੰਤਜ਼ਾਮ ਸਾਡੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਹਾਜ਼ਰ ਹੈ। ਗਰੀਬ ਨਵਾਜ ਮਹਾਰਾਜ ਕਿਰਪਾ ਕਰਨ। ਬਾਣੀ ਪੜੋ, ਸੇਵਾ ਕਰੋ, ਸਿਮਰਨ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆਪਣਾ ਮਾਮਲਾ ਦਸਵੰਧ ਗੁਰੂ ਕੇ ਦਰਬਾਰ ਵਿੱਚ ਹਾਜ਼ਰ ਕਰੋ। ਰਸੀਦ ਪ੍ਰਾਪਤ ਕਰੋ, ਗੁਰੂ ਕੇ ਖੁਸ਼ੇ ਲਓ। ਲੇਖਾ ਗਣਤ ਨਾ ਛੁਟੀਐ, ਕਾਚੀ ਪੀਤ ਨਾ ਸੁਧ। ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਇਤਿਆਦਕ ਬਾਕ ਕਹਿ ਕਰ ਰੁਦੰਤ। ਪਛਤਾਏ ਅਦਕ ਸੰਕਟ ਪਰੰਤ। ਨਿਜ ਮਿਰਤੂ ਹਿਰਦੈ ਨਿਸਚੈ ਸੋ ਕੀਨ। ਨਹਿ ਜੀਨ ਆਸ ਪਾ ਆਨੰਦਹੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।